ਵਾਹਿਗੁਰੂ ਸਾਹਿਬ ਜੀਓ। ਗਵਈਆ ਛੰਦ ਕਹਿ ਮਰਦਾਨਾ ਜਾਵੋ ਦਿਸ, ਜਿਹ ਮੁਝ ਪੇਖਾ ਇਉ ਨਰ ਪ੍ਰਾਹੀ। ਇਹ ਆਵਤ ਹੈ ਡੂਮ ਤਿਸੀ ਕੋ, ਜੋ ਜਗ ਭਇਓ ਕੋ ਰਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਰ ਦਾ ਅਧਿਆਇ 38ਵਾਂ 452 ਅੰਗ ਤੇ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਸੰਗ ਕੱਲ ਜੋ ਪ੍ਰਾਰੰਭ ਹੋਇਆ ਸੀ, ਜਿਸ ਦੇ ਵਿੱਚ ਮਹਾਰਾਜ ਜੀ ਪਹਿਲੀ ਉਦਾਸੀ ਨੂੰ ਚੱਲੇ ਨੇ ਸ੍ਰੀ ਸੁਲਤਾਨਪੁਰ ਸਾਹਿਬ ਤੋਂ। ਸੋ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ, ਈਮਨਾਬਾਦ ਨਗਰ ਹੈ ਇੱਕ, ਉੱਥੇ ਸਾਡਾ ਬਹੁਤ ਜਨਮਾਂ ਦਾ ਭਗਤੀ ਕਰ ਰਿਹਾ ਭਗਤ ਭਾਈ ਲਾਲੋ ਨਾਮ ਹੈ ਉਸਦਾ। ਆਪਾਂ ਉਹਦੇ ਪਾਸ ਜਾਣਾ, ਬਹੁਤ ਸਮੇਂ ਤੋਂ ਉਡੀਕ ਰਿਹਾ ਹੈ। ਉਸ ਉੱਤੇ ਨਿਰੰਕਾਰ ਦੀ ਕਿਰਪਾ ਹੋਈ ਹੈ ਬਹੁਤ। ਇਸ ਤਰ੍ਹਾਂ ਵਿਚਾਰ ਕਰਦੇ ਹੋਏ ਆਪ ਜੀ ਚੱਲੇ ਹਨ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ। ਲਗਭਗ ਪੈਦਲ ਤੁਰਦਿਆਂ 17 ਦਿਨ ਲੱਗੇ ਅਤੇ 17 ਦਿਨਾਂ ਬਾਅਦ ਸਤਿਗੁਰੂ ਮਹਾਰਾਜ ਭਾਈ ਲਾਲੋ ਦੇ ਦਰਵਾਜ਼ੇ ਤੇ ਜਾ ਸਤ ਕਰਤਾਰ ਦੀ ਆਵਾਜ਼ ਦਿੱਤੀ ਹੈ। ਭਾਈ ਲਾਲੋ ਜੀ ਕੰਮ ਛੱਡ ਕੇ ਬਾਹਰ ਆਏ। ਜੋ ਤਰਖਾਣਾ ਕੰਮ ਕਰਦੇ ਸਨ, ਆ ਕੇ ਹੱਥ ਜੋੜੇ ਨੇ, ਮਨ ਨੂੰ ਸ਼ਾਂਤੀ ਹੋਈ ਦਰਸ਼ਨ ਕਰਕੇ, ਔਰ ਅੰਦਰ ਆਉਣ ਲਈ ਬੇਨਤੀ ਕੀਤੀ। ਇੱਕ ਮੰਜਾ ਢਾਹ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਉੱਪਰ, ਬਸਤਰ ਵਿਛਾਇਆ, ਸਜ ਗਏ ਸੱਚੇ ਪਾਤਸ਼ਾਹ। ਆਪਸ ਦੇ ਵਿੱਚ ਵਚਨ ਮਿਲਾਸ ਹੋਏ ਨੇ, ਆਪ ਕੌਣ ਹੋ, ਕਿੱਥੋਂ ਆਏ ਹੋ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਹੌਲੀ ਹੌਲੀ ਆਪੇ ਸਮਝ ਜਾਓਗੇ ਤੁਸੀਂ। ਇਸ ਤਰ੍ਹਾਂ ਭਾਈ ਲਾਲੋ ਦੇ ਮਨ ਦੇ ਅੰਦਰ ਖਿਆਲ ਆਇਆ। ਕਹਿਣ ਲੱਗਿਆ, ਕਿਤੇ ਉਹੀ ਤਾਂ ਨਹੀਂ ਤੁਸੀਂ ਜੋ ਜਗਤ ਦੇ ਵਿੱਚ ਹੁਣ ਪ੍ਰਸਿੱਧ ਹੋਏ ਨੇ, ਸ੍ਰੀ ਨਾਨਕ ਤਪਾ ਜੀ। ਮਹਾਰਾਜ ਸੱਚੇ ਪਾਤਸ਼ਾਹ ਚੁੱਪ ਰਹੇ, ਪਰ ਭਾਈ ਮਰਦਾਨਾ ਕਹਿਣ ਲੱਗੇ, ਹਾਂ ਉਹੀ ਨੇ। ਮੈਂ ਇਹਨਾਂ ਦਾ ਡੂਮ ਹਾਂ, ਮਰਾਸ਼ੀ ਹਾਂ, ਮੈਂ ਇਹਨਾਂ ਦਾ ਸੇਵਾਦਾਰ ਹਾਂ। ਇਹ ਬੇਦੀ ਕੁਲ ਦੇ ਵਿੱਚੋਂ ਹਨ ਔਰ ਅਸੀਂ ਇਹਨਾਂ ਦੇ ਡੂਮ ਹਾਂ। ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਸਜੇ ਨੇ। ਭਾਈ ਲਾਲੋ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਹੈ ਔਰ ਸਤਿਗੁਰੂ ਜੀ ਨੇ 9 ਪ੍ਰਕਾਰ ਦੀ ਭਗਤੀ ਕੱਲ ਦੱਸੀ ਸੀ ਕਿ ਕਿਸ ਕਿਸ ਪ੍ਰਕਾਰ ਭਗਤੀ ਹੁੰਦੀ, 9 ਤਰ੍ਹਾਂ ਦੀ। ਫਿਰ ਪ੍ਰਸ਼ਾਦਾ ਛਕਣ ਲੱਗੇ। ਜਦੋਂ ਕੋਧਰੇ ਦੀ ਰੋਟੀ ਸਾਗ ਦੇ ਨਾਲ ਲਿਆ ਕੇ ਅੱਗੇ ਰੱਖੀ, ਭਾਈ ਮਰਦਾਨੇ ਦੇ ਮਨ ਦੇ ਅੰਦਰ ਆਈ, ਐਸੀ ਰੋਟੀ ਕਦੇ ਖਾਧੀ ਨਹੀਂ ਸਖਤ ਜੀ, ਤੇ ਅੱਛੀ ਅੱਛੀ ਭੋਜਨ ਹੁਣ ਤੱਕ ਮਿਲਦੇ ਰਹੇ ਨੇ, ਪਰ ਇਹ ਹੋਰ ਹੀ ਤਰ੍ਹਾਂ ਦਾ ਭੋਜਨ ਰੱਖ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਵਚਨ ਕੀਤਾ, ਮਰਦਾਨਾ ਕੀ ਸੋਚ ਰਿਹਾ? ਕਹਿੰਦੇ, ਮਹਾਰਾਜ ਜੀ ਪ੍ਰਸ਼ਾਦਾ ਜਿਹੜਾ ਬੜਾ ਹੈ, ਇਸ ਤਰ੍ਹਾਂ ਹੀ ਛਕਿਆ ਨਹੀਂ ਕਦੇ। ਇਸ ਤਰ੍ਹਾਂ ਕੋਧਰੇ ਦੀ ਰੋਟੀ ਬੜੀ ਸਖਤ ਹੁੰਦੀ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਰਦਾਨਾ ਇਹ ਇੱਕ ਕਿਰਤੀ ਦੀ ਰੋਟੀ ਹੈ। 10 ਨਹੁੰਆਂ ਦੀ ਕਿਰਤ ਕਰਦਾ, ਦਸਵੰਧ ਕਰਦਾ, ਗਰੀਬਾਂ ਦੀ ਮਦਦ ਕਰਦਾ, ਜਨਮਾਂ ਦੀ ਭਗਤੀ ਕਰਦਾ, ਸਾਡਾ ਭਗਤ ਹੈ। ਪਹਿਲਾਂ ਹੀ ਦੇਖ ਕੇ ਨਾ ਘਬਰਾ। ਸੋ ਇਹ ਜਦੋਂ ਤੂੰ ਬੁਰਕੀ ਤੋੜ ਕੇ ਆਪਣੇ ਮੁੱਖ ਵਿੱਚ ਪਾਏਂਗਾ ਨਾ, ਉਸ ਵਕਤ ਜਾਣੇਗਾ ਕਿ ਇਹ ਜਿਹੜਾ ਪ੍ਰਸ਼ਾਦਾ ਕੈਸਾ। ਜਦੋਂ ਭਾਈ ਮਰਦਾਨਾ ਨੇ ਬੁਰਕੀ ਪਾਈ ਮੁੱਖ ਦੇ ਵਿੱਚ, ਉਸ ਵਕਤ ਬਹੁਤ ਆਨੰਦ, ਜਿਵੇਂ ਅੰਮ੍ਰਿਤ ਹੁੰਦਾ, ਮਿਠਾਸ, ਬੇਹੱਦ ਸਵਾਦ। ਮਹਾਰਾਜ ਐਸਾ ਪ੍ਰਸ਼ਾਦਾ ਮੈਂ ਕਦੇ ਵੀ ਨਹੀਂ ਛਕਿਆ। ਮਹਾਰਾਜ ਕਹਿਣ ਲੱਗੇ, ਸਾਡੇ ਜਿਹੜੇ ਭਗਤ ਨੇ 10 ਨਹੁੰਆਂ ਦੀ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਦਸਵੰਧ ਕੱਢਦੇ ਨੇ, ਉਹਨਾਂ ਦੇ ਪ੍ਰਸ਼ਾਦੇ ਵਿੱਚ ਬਰਕਤ ਹੈ, ਅੰਮ੍ਰਿਤ ਹੈ। ਇਸ ਤਰ੍ਹਾਂ ਬਚਨ ਵਿਲਾਸ ਕਰਕੇ ਮਹਾਰਾਜ ਹੋਰ ਵੀ ਬਚਨ ਕੀਤੇ, ਅੱਗੇ ਚੱਲੇ ਹਨ। ਕਹਿਣ ਲੱਗੇ,
ਮਹਾਰਾਜ ਗੁਰੂ ਨਾਨਕ ਦੇਵ ਜੀ, ਦੱਸੋ ਭਾਈ ਮਰਦਾਨਾ ਫਿਰ ਕਿੱਧਰ ਨੂੰ ਚੱਲੀਏ ਹੁਣ। ਉਸ ਵਕਤ ਮਹਾਰਾਜ ਦਾ ਬਚਨ ਸਰਵਣ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਜਿੱਧਰ ਆਪ ਲੈ ਚੱਲੋਗੇ, ਪਰ ਇੱਕ ਮੇਰੀ ਮਹਾਰਾਜ ਸੱਚੇ ਪਾਤਸ਼ਾਹ ਇਹ ਜ਼ਰੂਰ ਬੇਨਤੀ ਹੈ ਕਿ ਜਿੱਧਰ ਨੂੰ ਵੀ ਜਾਂਦੇ ਆ, ਇਹ ਸੰਸਾਰ ਦੇ ਲੋਕ ਪੁੱਠਾ ਸਿੱਧਾ ਬਹੁਤ ਬੋਲਦੇ। ਮਹਾਰਾਜ ਸੱਚੇ ਪਾਤਸ਼ਾਹ ਨਾਲ ਐਸੀ ਵਾਰਤਾਲਾਪ ਕਰਦੇ ਜਾ ਰਹੇ ਨੇ, ਔਰ ਇਸ ਤਰ੍ਹਾਂ ਉਹਦੇ ਵਿੱਚ ਸੋ ਸਮਝਾਉਣਗੇ ਕਿ ਦੁਨੀਆ ਕਿਸ ਪ੍ਰਕਾਰ ਦੀ ਹੈ। ਦੁਨੀਆ ਦੇ ਅੰਦਰ ਜਿਉਣਾ ਜੀਵ ਨੂੰ ਬਹੁਤ ਔਖਾ ਹੈ। ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਨੇ, ਦੁਨੀਆ ਦੇ ਦੋਨੋਂ ਪਾਸੇ ਹੀ ਦੰਦੇ ਹੁੰਦੇ ਨੇ। ਆਓ ਮਹਾਰਾਜ ਸਿੱਖਿਆ ਦੇ ਰਹੇ ਨੇ, ਪਾਵਨ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਵਈਆ ਛੰਦ। ਕਹਿ ਮਰਦਾਨਾ ਜਾਵੋ ਦੇਸਾ, ਜਿਹ ਮੁਝ ਪਿਖ ਇਉ ਨਰ ਪ੍ਰਾਹੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਆਏ ਤਾਂ ਵੈਸੇ ਆਪਾਂ ਦੇਸ਼ਾਂ ਵਿਦੇਸ਼ਾਂ ਦੀ ਸੈਲ ਕਰਨ। ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨੇ ਨੂੰ ਇਸ ਤਰ੍ਹਾਂ ਹੀ ਕਿ ਦੇਸ਼ਾਂ ਵਿਦੇਸ਼ਾਂ ਦੀ ਆਪਾਂ ਸੈਰ ਕਰਨ ਚੱਲੇ ਹਾਂ। ਇਸ ਬਹਾਨੇ ਸਤਿਗੁਰਾਂ ਨੇ ਦੁਨੀਆ ਨੂੰ ਨਾਮ ਵੀ ਜਪਾਇਆ, ਦੁਨੀਆ ਨੂੰ ਤਾਰਿਆ ਵੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਜਿਸ ਪਾਸੇ ਵੀ ਮਹਾਰਾਜ ਇੱਕ ਮੈਂ ਚੀਜ਼ ਦੇਖੀ ਹੈ ਕਿ ਜਿੱਧਰ ਵੀ ਜਾਂਦੇ ਹਾਂ ਤਾਂ ਲੋਕ ਦੇਖ ਕਰਕੇ ਨਾ ਇਸ ਤਰ੍ਹਾਂ ਬੋਲਦੇ ਹਨ, ਇਹ ਆਵਤ ਹੈ ਡੂਮ ਤਿਸੀ ਕੋ, ਜੋ ਜਗ ਭਇਓ ਕੁਰਾਹੀ। ਲੋਕ ਮੈਨੂੰ ਦੇਖ ਕੇ ਕਹਿੰਦੇ ਆ ਗਿਆ ਉਹਨਾਂ ਦਾ ਡੂਮ, ਕਈ ਜਿਹੜੇ ਜੱਗ ਦੇ ਵਿੱਚ ਕੁਰਾਹੀ ਹੋ ਗਏ ਨੇ। ਕਿਉਂਕਿ ਇੰਨਿਆਂ ਯੁੱਗਾਂ ਤੋਂ ਪਿੱਛੋਂ ਇਹ ਜਿਹੜਾ ਹੁਣ ਮਹਾਰਾਜ ਨੇ ਰਸਤਾ ਪ੍ਰਾਰੰਭ ਕੀਤਾ ਸੀ, ਉਸ ਵਕਤ ਬਹੁਤ ਸਾਰੇ ਲੋਕਾਂ ਲਈ ਇਹ ਨਵੀਂ ਚੀਜ਼ ਸੀ। ਨਵੀਂ ਚੀਜ਼ ਹੋਣ ਕਰਕੇ ਸਾਰੀ ਦੁਨੀਆ ਕਹਿੰਦੀ ਸੀ ਕੁਰਾਹੇ ਪੈ ਗਏ ਨੇ। ਦੇਖੋ ਚੰਗੇ ਭਲੇ ਸੀ, ਆਹ ਕਰਦੇ ਉਹ ਕਰਦੇ। ਹੁਣ ਗੁਰੂ ਨਾਨਕ ਦੇਵ ਜੀ ਨੇ ਨਵਾਂ ਹੀ ਰਸਤਾ ਤੋਰ ਲਿਆ। ਕਿਉਂ ਦੁਨੀਆ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲਦੀ ਹੈ। ਸੁਣ ਕਰ ਰਿਸ ਆਵਤ ਹੈ ਮਨ ਮੈਂ, ਰਹੋ ਨ ਕਰੋ ਪਿਆਨਾ। ਮਹਾਰਾਜ ਮੈਨੂੰ ਆ ਜਾਂਦਾ ਗੁੱਸਾ ਇਹ ਸੁਣ ਕੇ ਨਾ, ਮੈਂ ਹੁਣ ਨਹੀਂ ਰਹਿਣਾ। ਇਸ ਕਰਕੇ ਤੁਸੀਂ ਅੱਗੇ ਚਲੇ ਚੱਲੋ। ਜੇ ਇੱਥੇ ਵੀ ਰਹਾਂਗੇ ਆ ਦੋ ਚਾਰ ਦਿਨਾਂ ਬਾਅਦ ਆ ਲੋਕ ਬਿਲਕੁਲ ਪੁੱਠਾ ਸਿੱਧਾ ਕੋਈ ਨਾ ਕੋਈ ਬੋਲਣ ਲੱਗ ਹੀ ਜਾਂਦੇ ਹਨ। ਕਪੋਲਨ ਤੇ ਓ ਭਾਖੀ, ਪ੍ਰਾਤ ਚਲੈ ਮਰਦਾਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਹੱਸ ਕਰਕੇ ਇਹ ਬਚਨ ਕਿਹਾ ਕਿ ਭਾਈ ਮਰਦਾਨਿਆ, ਕੋਈ ਗੱਲ ਨਹੀਂ, ਤੂੰ ਘਬਰਾ ਨਾ, ਆਪਾਂ ਇੱਥੇ ਬਹੁਤਾ ਸਮਾਂ ਨਹੀਂ ਰਹਿਣਾ। ਸਵੇਰ ਹੁੰਦਿਆਂ ਸਾਰ ਇੱਥੋਂ ਚੱਲ ਪਵਾਂਗੇ। ਦੋਹਰਾ ਭਾਈ ਭੋਰ ਗੁਰ ਬਚ ਕਹੈ, ਲਾਲੋ ਚਿਤ ਕਰਤਾਰ। ਜਦੋਂ ਸਵੇਰ ਵੇਲਾ ਹੋਇਆ, ਗੁਰਾਂ ਨੇ ਭਾਈ ਲਾਲੋ ਨੂੰ ਬਚਨ ਕਿਹਾ, ਅੱਛਾ ਭਾਈ ਲਾਲੋ, ਤੇਰੇ ਚਿੱਤ ਚੋਂ ਕਰਤਾਰ ਨਾ ਕਦੇ ਵਿਸਰੇ। ਅੰਤ ਦੇਸ ਕੋ ਰਮਤ ਹੈ, ਹੀਰਨ ਹੇਤ ਹਮਾਰ। ਇਹ ਸਾਡਾ ਇੱਕ ਸ਼ੌਂਕ ਹੈ ਕਿ ਅਸੀਂ ਹੋਰ ਦੇਸ਼ ਨੂੰ ਅੱਗੇ ਜਾ ਰਹੇ ਹਾਂ, ਹੋਰ ਦੇਸ਼ ਦੇਖਾਂਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਢੰਗ ਤਰੀਕਾ ਹੀ ਸੀ ਕਿ ਹੁਣ ਕੀ ਕਹਿਣ ਕਿ ਕਾਹਦਾ ਪ੍ਰਚਾਰ ਕਰਨ ਚੱਲੇ ਆ। ਹਲੇ ਸ਼ੁਰੂ ਨਹੀਂ ਸੀ ਹੋਇਆ ਕੁਛ ਵੀ, ਸਿਰਫ ਇਹੀ ਕਹਿੰਦੇ ਸੀ ਦੇਖਣ ਵਾਸਤੇ ਚੱਲੇ ਆ। ਜਿੱਥੇ ਜਾ ਕੇ ਬੈਠਦੇ, ਕੋਈ ਨਾ ਕੋਈ ਬੰਦਾ ਗਲਤੀ ਕਰਦਾ, ਉਹਨੂੰ ਸਮਝਾਉਂਦੇ। ਕਿਉਂਕਿ ਦੁਨੀਆ ਦੇ ਅੰਦਰ ਲੋਕ ਪਰਮਾਤਮਾ ਦਾ ਨਾਮ ਘੱਟ ਹੀ ਜਪਦੇ ਸੀ। ਸੰਸਾਰ ਦੇ ਲੋਕ ਬਹੁਤ ਸਾਰੇ ਖਿਲਾਰਿਆਂ ਵਿੱਚ, ਵਹਿਮਾਂ ਭਰਮਾਂ ਦੇ ਵਿੱਚ ਜਿੱਥੇ ਤੱਕ ਸਰਦਾ ਸੀ ਸਾਰਦੇ ਸੀ। ਨਾਲੇ ਹੌਲੀ ਹੌਲੀ ਦੁਨੀਆ ਕੁਝ ਸਮਾਂ ਪਾ ਕੇ ਕਹਿਣ ਵੀ ਲੱਗ ਜਾਂਦੀ ਹੈ ਕਿ ਰੱਬ ਹੈ ਹੀ ਨਹੀਂ। ਇਸ ਤਰ੍ਹਾਂ ਲੋਕੀ ਪ੍ਰਚਾਰ ਕਰਦੇ, ਰੱਬ ਹੈ ਹੀ ਨਹੀਂ, ਰੱਬ ਕਿਹੜਾ ਕਿਸੇ ਨੇ ਦੇਖਿਆ। ਫਿਰ ਦੁਨੀਆ ਹੋਰ ਹੀ ਮੰਤਰਾਂ ਜੰਤਰਾਂ ਤੰਤਰਾਂ ਚ ਐਸੀਆਂ ਗਲਤ ਗੱਲਾਂ ਦੇ ਵਿੱਚ ਫਸ ਜਾਂਦੀ ਹੈ। ਤਾਂ ਤੇ ਸਤਿਗੁਰੂ ਮਹਾਰਾਜ ਇਹੀ ਪਹਿਲਾਂ ਕਹਿ ਕੇ ਤੁਰਦੇ ਨੇ, ਅੱਛਾ ਭਈ ਅਸੀਂ ਹੋਰ ਥਾਂ ਤੇ ਸੈਰ ਕਰਨ ਜਾ ਰਹੇ ਹਾਂ। ਸੋਈਆ ਔਗੁਣ ਕੌਣ ਭਇਓ, ਤਜ ਭਉਨ ਕੋ ਗੌਨ ਕਰੋ, ਦ੍ਰਤ ਕਯੋ ਨਾ ਰਹੋ। ਮਹਾਰਾਜ ਮੇਰੇ ਤੋਂ ਕਿਹੜਾ ਔਗਣ ਇਹੋ ਜਿਹਾ ਹੋ ਗਿਆ ਕਿ ਤੁਸੀਂ ਕਹਿੰਦੇ ਹੋ ਵੀ ਬਹੁਤ ਛੇਤੀ, ਹਲੇ 3 ਦਿਨ ਤਾਂ ਹੋਏ ਨੇ ਆਇਆਂ ਨੂੰ, ਤੁਸੀਂ ਹੁਣੇ ਕਹਿ ਰਹੇ ਹੋ ਬੜੀ ਕਾਹਲੀ ਨਾਲ ਕਿ ਅਸੀਂ ਤੇਰਾ ਘਰ ਛੱਡ ਕੇ ਕਿਸੇ ਹੋਰ ਪਾਸੇ ਸੈਰ ਕਰਨ ਜਾ ਰਹੇ ਹਾਂ। ਕਿਉਂ ਨਾ ਰਹੋ, ਤੁਸੀਂ ਸਾਡੇ ਘਰ, ਮੇਰੇ ਘਰ
ਭਾਈ ਲਾਲੋ ਜੀ ਕਹਿਣ ਲੱਗੇ, ਕਿਉਂ ਨਹੀਂ ਰਹਿੰਦੇ ਜੀ? ਜਾਨੋ ਦਾਸ ਮੁਝੈ ਸੁਖ ਰਾਸ, ਦਾਸ ਭਏ ਕਿਵ ਵਾਕ ਕਹੋ। ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਆਪਣਾ ਦਾਸ ਜਾਣੋ। ਇਹ ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ, ਤੁਸੀਂ ਉਦਾਸ ਕਿਉਂ ਹੋ ਗਏ ਹੋ? ਇਹ ਮੈਨੂੰ ਬਚਨ ਦੱਸੋ, ਮੇਰੇ ਕੋਲੋਂ ਕੋਈ ਕਮੀ ਹੋ ਗਈ ਕੋਈ? ਸ੍ਰੀ ਪ੍ਰਭ ਭਾਖਤ ਔਗਣ ਤੋਰਨਾ, ਮਾਨਵ ਮੂੜ ਖਜੰਤ ਲਹਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਲਾਲੋ ਤੇਰੇ 'ਚ ਤਾਂ ਕੋਈ ਔਗਣ ਨਹੀਂ, ਪਰ ਆ ਜਿਹੜੇ ਹੈ ਨਾ ਮਾਨਵ ਮੂੜ ਲੋਕ, ਮੂਰਖ ਲੋਕ ਨੇ, ਇਹ ਜਾਣੋ ਕਿ ਦੇਖ ਕੇ ਖਿੱਚਦੇ ਨੇ ਸਾਨੂੰ। ਇਸ ਕਰਕੇ ਅਸੀਂ ਬਹੁਤਾ ਸਮਾਂ ਕਿਸੇ ਥਾਂ ਦੇ ਉੱਤੇ ਟਿਕਦੇ ਨਹੀਂ ਹਾਂ। ਹੋਵੈ ਸਤਸੰਗ ਰਹਨ ਭਲੋ, ਤਹਿ ਬਾਸਰ ਰਹਿਨ ਆਨੰਦ ਅਹੋ। ਹਾਂ, ਜਿੱਥੇ ਸਤਸੰਗਤ ਹੁੰਦੀ ਆ ਉੱਥੇ ਹੀ ਰਹਿਣਾ ਭਲਾ ਹੁੰਦਾ, ਉੱਥੇ ਰਾਤ ਦਿਨ ਬੰਦਾ ਆਨੰਦ ਵਿੱਚ ਲੀਨ ਰਹਿੰਦਾ ਹੈ। ਸੰਤ ਮਤੋ ਪਰਮੇਸ਼ਰ ਅੰਗ, ਬਿਲੋਕ ਤੁਮੈ ਖਿਜਕਾਇਓ ਦੁਖ ਪਾਵੈ। ਸੋ ਇਸ ਕਰਕੇ ਸੰਤ ਮਤਾ ਹੈ ਤੁਹਾਡਾ, ਰੱਬ ਤੁਹਾਡੇ ਪੱਖ ਵਿੱਚ ਹੈ। ਜਿਹਦੇ ਪੱਖ ਵਿੱਚ ਪ੍ਰਮਾਤਮਾ ਹੁੰਦਾ, ਇੱਕ ਤਾਂ ਉਹਦੇ ਕੰਮ ਬੜੇ ਛੇਤੀ ਬਣੀ ਜਾਂਦੇ ਹੁੰਦੇ ਨੇ, ਇੱਕ ਉਹ ਸੁਖੀ ਰਹਿੰਦਾ, ਦੁਖੀ ਨਹੀਂ ਹੁੰਦਾ, ਕੋਈ ਬਿਮਾਰੀ ਨਹੀਂ। ਤੇ ਲੋਕਾਂ ਨੂੰ ਇਸ ਗੱਲ ਦੀ ਬਹੁਤ ਤਕਲੀਫ ਜੀ ਹੋ ਜਾਂਦੀ ਹੈ ਵੀ ਇਹ ਗਰੀਬ ਆਦਮੀ ਆ, ਪਤਾ ਨਹੀਂ ਕਿੱਥੋਂ ਰੋਟੀ ਖਾਂਦਾ ਹੋਣਾ, ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ, ਇਹ ਕਦੇ ਦੁਖੀ ਨਹੀਂ ਦੇਖਿਆ। ਕਹਿੰਦੇ ਨੇ ਲੋਕ ਸੁਖੀ ਦੇਖ ਕੇ ਦੂਜੇ ਨੂੰ ਦੁਖੀ ਹੋਈ ਜਾਂਦੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਦੁਖੀ ਜਿਹੜਾ ਲੋਕ ਹੈ ਨਾ, ਸੰਸਾਰ ਦੇ ਲੋਕ ਦੁਖੀ ਹੋ ਰਹੇ ਨੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਲੇ ਕੁਝ ਸਾਡਾ ਵੀ ਐਸਾ ਪ੍ਰਚਾਰ ਨਵਾਂ ਹੈ ਤਾਂ ਕਿ ਤੈਨੂੰ ਵੀ ਕੋਈ ਤੰਗ ਨਾ ਕਰੇ। ਕਾਜ ਨਹੀਂ ਕੇ ਸੰਗ ਤੁਮਾਰ, ਪਚੀ ਭਵ ਮਾਹੀ ਜੋ ਬਿਲ ਲਾਵੈ। ਤੁਹਾਡੇ ਕਾਜ ਨਹੀਂ ਕਿ ਸੰਗ ਤੁਮਾਰ, ਤੁਹਾਡੇ ਨਾਲ ਤਾਂ ਕੋਈ ਕਿਸੇ ਦਾ ਕਾਰਜ ਨਹੀਂ ਹੈ। ਤੋਂ ਫਸੇ ਹੋਏ ਸੜੇ ਹੋਏ ਜਿਹੜੇ ਸ਼ਰਮਿੰਦੇ ਲੋਕ ਨੇ, ਇਸ ਤਰੀਕੇ ਨਾਲ ਉਹਨਾਂ ਦਾ ਮਨ ਥੋੜਾ ਜਿਹਾ ਸੜ ਜਾਂਦਾ ਹੈ। ਸੰਤਨ ਸੋ ਮਿਲ ਬੋਲਣ ਵੈਸਨ, ਹੋਰ ਤਹੀ ਹਿਰਦਾ ਉਲਸਾਵੈ। ਸੋ ਇਸ ਤਰ੍ਹਾਂ ਉਹ ਬਹੁਤ ਜ਼ਿਆਦਾ ਬਿਲਲਾਟ ਕਰਦੇ ਨੇ। ਸੰਤਾਂ ਦੇ ਨਾਲ ਮਿਲ ਕੇ ਬੋਲਣਾ, ਬੈਠਣਾ, ਉਹਨਾਂ ਦੇ ਦਰਸ਼ਨ ਕਰਨੇ, ਮਨ ਦਾ ਜਿਹੜਾ ਹਿਰਦਾ ਹੁੰਦਾ ਬੰਦੇ ਦਾ ਉਹ ਖੁਸ਼ ਹੁੰਦਾ ਹੈ। ਕੋਈ ਕਵਾਸਰ ਮੋਹਿ ਅਵਾਸਰ ਹਉ, ਸੁਖ ਰਾਸ ਭਲੇ ਤੁਮ ਭਾਵੈ। ਕਹਿਣ ਲੱਗੇ, ਭਾਈ ਲਾਲੋ ਮਹਾਰਾਜ ਕੁਝ ਕੁ ਦਿਨ ਤਾਂ ਫਿਰ ਮੇਰੇ ਘਰ ਰਹੋ। ਸੋ ਇਸ ਤਰ੍ਹਾਂ ਮੇਰੇ ਮਨ ਨੂੰ ਇਹ ਸੱਚੇ ਪਾਤਸ਼ਾਹ ਦੀ ਗੱਲ ਜਿਹੜੀ ਆ ਨਾ ਚੰਗੀ ਲੱਗਦੀ। ਤੁਸੀਂ ਆਏ ਵੀ, ਆ ਕੇ 2-3 ਦਿਨ ਰਹਿ ਕੇ ਚੱਲੇ ਹੋ। ਮੇਰੀ ਬੇਨਤੀ ਹੈ ਕਿ ਮੇਰੇ ਘਰ 'ਚ ਥੋੜਾ ਸਮਾਂ ਹੋਰ ਲਾ ਲਓ। ਸ਼੍ਰੋਣ ਸੁਨੇ ਬਚ ਫੇਰ ਕਹਿਓ ਤਹਿ, ਸੱਚ ਕਹੋ ਇਹ ਕੂਰ ਨਾ ਰਾਈ। ਜਦੋਂ ਭਾਈ ਲਾਲੋ ਦੇ ਬਚਨ ਕੰਨਾਂ 'ਚ ਸੁਣੇ, ਉਸ ਵਕਤ ਮਹਾਰਾਜ ਕਹਿਣ ਲੱਗੇ, ਮੈਂ ਫੇਰ ਇਹ ਗੱਲ ਕਹਿਣਾ ਕਿ ਮੈਂ ਤੈਨੂੰ ਝੂਠ ਨਹੀਂ ਕਿਹਾ ਕੁਛ। ਲੋਕ ਜਿਹੜੇ ਨੇ ਉਹ ਬਹੁਤ ਇਸ ਵਕਤ ਦੁਖੀ ਹਨ ਇਹਨਾਂ ਗੱਲਾਂ ਤੋਂ। ਉਹਨਾਂ ਦਿਨਾਂ ਦੇ ਵਿੱਚ ਭਾਈ ਲਾਲੋ ਆਦਿਕ ਜਿਹੜੇ ਹੋਰ ਲੋਕ ਗਰੀਬ ਸੀ, ਨੀਵੀਆਂ ਜਾਤਾਂ ਵਾਲੇ, ਉੱਚੀਆਂ ਜਾਤਾਂ ਵਾਲੇ, ਉਹਨਾਂ ਨੂੰ ਸ਼ੂਦਰ ਮੰਨਦੇ ਸੀ। ਸ਼ੂਦਰ ਦੇ ਘਰੋਂ ਨਾ ਪਾਣੀ ਪੀਣਾ, ਨਾ ਉਹਦਾ ਹੱਥ ਲਵਾਉਣਾ, ਉਹਨੂੰ ਨੀਚ ਮੰਨਣਾ। ਅਸੀਂ ਹੈ ਖੱਤਰੀ, ਔਰ ਸਾਰੇ ਜਾਣੇ ਇਹ ਦੇਖਦੇ ਵੀ ਇਹ ਖੱਤਰੀ ਜਿਹੜੇ ਆ, ਇਹ ਭਾਈ ਲਾਲੋ ਦੇ ਘਰ ਕਿਵੇਂ, ਇਹ ਸਾਧੂ ਸੰਤ ਇਹਦੇ ਘਰ ਕਿਵੇਂ ਆ ਗਿਆ, ਵੀ ਇਹਦੇ ਘਰ ਤਾਂ ਕੋਈ ਆਉਂਦਾ ਹੀ ਨਹੀਂ। ਇਸ ਕਰਕੇ ਜਿਹੜੀ ਇਹ ਨਵੀਂ ਜੀ ਗੱਲ ਲੋਕ ਦੇਖਦੇ ਆ ਨਾ, ਉਹ ਬਹੁਤ ਖੁਣਸਦੇ ਹਨ ਦੇਖ ਕੇ। ਹੈ ਵਿਕਰਾਲ ਸੰਸਾਰ ਵਿਆਕੁਲ, ਆਗਲ ਸੁਧ ਨਾ ਜਾਣਤ ਕਾਈ। ਇਹ ਸੰਸਾਰ ਜਿਹੜਾ ਬੜਾ ਭਿਆਨਕ ਹੈ, ਇਹ ਅਗਲੀ ਤਾਂ ਖਬਰ ਹੀ ਨਹੀਂ ਜਾਣਦੇ। ਅਗਲੀ ਕਿਛ ਖਬਰ ਨਾ ਪਾਈ, ਪਰ ਲੋਕ ਦੀ ਖਬਰ ਇਹ, ਪਰ ਬਸ ਜਿੰਨੀ ਕਿ ਇਹਨਾਂ ਦੀ ਮੱਤ ਹੁੰਦੀ ਆ ਉਹਦੇ ਮੁਤਾਬਕ ਇਹ ਸੋਚ ਕੇ, ਸੋ ਬਈ ਉੱਥੇ ਕੀ ਖੜੇ ਆ, ਲਕੀਰ ਦੇ ਫਕੀਰ ਜੇ ਬਣ ਕੇ ਉਹਨਾਂ ਗੱਲਾਂ ਦੇ ਵਿੱਚ ਫਸ ਕੇ ਹੀ ਸੜਦੇ ਰਹਿੰਦੇ ਨੇ। ਬੈਠਤ ਉਠਤ ਤੁਸਨ ਬੋਲਤ, ਚਾਲਤ ਨਾਹਿਨ ਮੇਵਹਿ ਭਾਈ। ਸੋ ਇਸ ਕਰਕੇ ਬੈਠਦਿਆਂ, ਉੱਠਦਿਆਂ ਹੋਇਆਂ, ਫਿਰ ਚੁੱਪ ਰਹਿੰਦਿਆਂ ਹੋਇਆਂ, ਬੋਲਤ ਚਾਲਤ ਨਾਹਿਨ ਮੇਵਹਿ, ਇਹ ਮੇਵਿਆ ਨਹੀਂ ਜਾਂਦਾ ਇਹਨਾਂ ਨਾਲ। ਭਾਵ ਹਰ ਗੱਲੋਂ ਨੁਕਤਾਚੀਨੀ ਕਰਦੇ ਰਹਿੰਦੇ ਨੇ, ਕਿਉਂਕਿ ਇਹਨਾਂ ਨੇ ਕੋਈ ਗੱਲ ਬਣਾਉਣੀ ਹੁੰਦੀ। ਹੁਣ ਵੀ ਆਪਾਂ ਦੇਖ ਲਓ, ਗੱਲ ਕੁਛ ਨਹੀਂ ਹੁੰਦੀ। ਲਓ ਜੀ, ਅੱਜ ਤਾਂ ਬੜੀ ਧੁੱਪ ਨਿਕਲੇ, ਕਿਉਂਕਿ ਅੱਜ ਧੁੱਪ ਨਿਕਲੀ। ਕੱਲ ਜੇ ਮੀਂਹ ਪੈ ਗਿਆ, ਅੱਜ ਮੀਂਹ ਪੈ ਗਿਆ, ਉਹ ਤਾਂ ਸਾਨੂੰ ਵੀ ਦੀਂਦਾ, ਹਰੇਕ ਨੂੰ ਦੀਂਦਾ ਵੀ ਹੁੰਦਾ, ਪਰ ਫੇਰ ਵੀ ਕੋਈ ਗੱਲ ਬਣਾਉਣੀ। ਉਹ ਬਈ ਤੂੰ ਕੁਛ ਖਾਂਦਾ ਨਹੀਂ, ਬੜਾ ਪਤਲਾ ਹੋ ਗਿਆ ਅੱਗੇ ਨਾਲ। ਜੇ ਮੇਰੇ ਵਰਗਾ ਉਹਨੂੰ ਕਹਿੰਦਾ ਬੜਾ ਪਤਾ ਨਹੀਂ ਕੀ ਖਾਂਦਾ ਹੋਣਾ, ਇਹ ਭਾਰਾ ਹੋ ਗਿਆ। ਇਉਂ ਕਹਿੰਦੇ ਹੀ ਰਹਿੰਦੇ, ਕੁਛ ਨਾ ਕੁਛ ਕੋਈ ਬੋਲੀ ਜਾਂਦੇ ਆ।
ਜੇ ਕੋਈ ਛੋਟੇ ਕੱਦ ਦਾ ਰਹਿ ਗਿਆ, ਪਤਾ ਨਹੀਂ ਛੋਟਾ ਕਿਉਂ ਰਹਿ ਗਿਆ, ਚਿੰਤਾ ਹੀ ਕਰੀ ਜਾਂਦਾ ਹੋਣਾ, ਇਹ ਰੰਗ ਤੇਰਾ ਪੀਲਾ ਜਾ ਕੇ ਨਿਕਲਿਆ ਹੋਇਆ। ਜੇ ਕੋਈ ਲਾਲ ਰੰਗ ਵਾਲਾ, ਉਹਨੂੰ ਕਹਿਣਗੇ ਬੜਾ ਪਤਾ ਨਹੀਂ ਕੀ ਦੇਸੀ ਘਿਓ ਖਾਂਦਾ ਹੋਣਾ, ਬੜਾ ਲਾਲ ਹੋਇਆ ਤੂੰ। ਮਹਾਰਾਜ ਕਹਿੰਦੇ ਇਹ ਦੁਨੀਆ ਦੋਨੋਂ ਪਾਸੇ ਹੀ ਗੱਲਾਂ ਰੱਖਦੀ, ਦੋ ਪਾਸੇ ਹੀ ਦੰਦੇ ਆ, ਨਾ ਤਾਂ ਇਹਨਾਂ ਇੱਧਰ ਜਾਣ ਦੇਣਾ ਨਾ ਉੱਧਰ ਜਾਣ ਦੇਣਾ, ਨਾ ਆਪ ਕੁਛ ਕਰਨਾ ਨਾ ਦੂਜੇ ਨੂੰ ਕਰਨ ਦੇਣਾ। ਇਸ ਕਰਕੇ ਸੰਸਾਰ ਦੀ ਸ਼ੁਰੂ ਤੋਂ ਲੈ ਕੇ ਐਸੀ ਰੀਤੀ ਹੋਈ ਬਣੀ ਹੋਈ ਹੈ। ਨਾ ਗੁਜਰਾ ਹੈ ਨਾਲ ਭਲੇ, ਕਭੀ ਇਸ बीच ਨਹੀਂ ਬਨਿਆਈ। ਕਿਉਂਕਿ ਇਹਨਾਂ ਦੇ ਨਾਲ ਚੰਗੇ ਤਰੀਕੇ ਨਾਲ ਗੁਜ਼ਰਦੀ ਨਹੀਂ ਹੈ। ਸੋ ਇਸ ਤਰ੍ਹਾਂ ਜਿਹੜਾ ਭਲੇ ਤਰੀਕੇ ਨਾਲ ਜਿਹੜੀ ਹੈ ਨਾ ਗੱਲ, ਉਹ ਕਿਤੇ ਬਾਣੀ ਨਹੀਂ ਆਉਂਦੀ ਇਹਨਾਂ ਦੇ ਵਿੱਚ ਰਹਿ ਕੇ ਵੀ ਆਓ ਚੱਲ 4 ਦਿਨ ਇੱਥੇ ਬਹਿਨੇ ਆ। ਜਗਤ ਦੇ ਵਿੱਚ ਭਗਤਾਂ ਦੀ ਗੱਲ ਨਹੀਂ ਬਣਦੀ, ਭਗਤਾਂ ਨੂੰ ਹੀ ਥੋੜਾ ਜਿਹਾ ਕਰਦੇ ਆ, ਹੋਰ ਨੂੰ ਕੁਛ ਨਹੀਂ ਕਹਿੰਦੇ, ਹੋਰ ਤੁਰਿਆ ਜਾਂਦਾ, ਉਧਰ ਕੋਈ ਨਿਗਾਹ ਨਹੀਂ ਮਾਰਦਾ। ਪਰ ਜੇ ਕਿਤੇ ਦੇਖ ਜੇ ਰੱਬ ਦਾ ਪਿਆਰਾ, ਉਹਦੇ ਨਾਲ ਥੋੜੀ ਟੱਕਰ ਜੀ ਲੈਂਦੇ ਨੇ, ਉਹਨੂੰ ਬੜੇ ਤਰ੍ਹਾਂ ਦੇ ਕੁਐਸਚਨ ਵੀ ਕਰਦੇ ਆ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲਦੇ ਆ। ਕਦੇ ਮਾੜੇ ਆਦਮੀ ਨੂੰ ਕਦੇ ਨਹੀਂ ਕਹਿੰਦੇ ਕਿ ਤੂੰ ਇੱਥੇ ਕਿਉਂ ਫਿਰਦਾ, ਗਲਤ ਥਾਂ ਤੇ ਕਿਉਂ ਫਿਰਦਾ। ਇਸ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਸੰਸਾਰ ਦੇ ਅੰਦਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲਦੇ ਹਨ। ਸ੍ਰੀ ਮੁਖ ਵਾਕ ਇਸ ਕਲਿਓ 5 ਭੀਤਿਓ, ਕਿਉਂ ਕਰ ਰੱਖਾਂ ਪਤ। ਸੋ ਇਹਦੇ ਵਿੱਚ ਇੱਕ ਐਸਾ ਵਾਕ ਉਚਾਰਨ ਕੀਤਾ ਹੈ, ਕਹਿੰਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਇਹ ਜਿਹੜੀਆਂ 5 ਭੀਤਿਓ 5 ਤੱਤਾਂ ਦਾ ਸਰੀਰ ਬਣਿਆ ਹੋਇਆ, ਜਾਂ ਕਲਯੁਗ ਦਾ ਸਮਾਂ ਹੈ, ਇਹਦੇ ਵਿੱਚ ਕਿਸ ਤਰ੍ਹਾਂ ਆਪਣੀ ਇੱਜ਼ਤ ਰੱਖਾਂ। ਜੇ ਬੋਲਾਂ ਤਾਂ ਆਖੀਐ, ਬੜਬੜ ਕਰੈ ਬਹੁਤ। ਜੇ ਕੋਈ ਗੱਲ ਬੋਲੀਏ ਕਹਿਣਗੇ ਬੜਾ ਬੜਬੜ ਕਰਦਾ, ਉੱਥੇ ਉਹਨੂੰ ਕਹਿਣਗੇ ਬੜਬੜ ਜ਼ਿਆਦਾ ਕਰਦਾ, ਬਹੁਤਾ ਬੋਲਦਾ ਹੈ। ਚੁੱਪ ਕਰਾਂ ਤਾਂ ਆਖੀਐ, ਇਤਕਟ ਨਾਹੀ ਮਤ। ਚਲੋ ਜੇ ਕਿਸੇ ਨੇ ਕਹਿਤਾ ਬਹੁਤਾ ਬੋਲਦਾ, ਚਲੋ ਆਪਾਂ ਵੀ ਚੁੱਪ ਕਰਕੇ ਬਹਿ ਜਾਂਦੇ ਆ, ਬੋਲਦੇ ਨਹੀਂ। ਜੇ ਕੋਈ ਚੁੱਪ ਕਰਕੇ ਬਹਿ ਜਾਂਦਾ, ਉਹਨੂੰ ਕਹਿਣਗੇ ਇਹ ਤਾਂ ਚੁੱਪ ਕਰਕੇ ਬੈਠਾ, ਐਂ ਲੱਗਦਾ ਜਿਵੇਂ ਮੱਤ ਘੱਟ ਹੁੰਦੀ ਹੈ, ਕੋਈ ਗੱਲ ਹੀ ਨਹੀਂ ਕਰਦਾ ਹੈ। ਨਾ ਤਾਂ ਬੋਲਦੇ ਨੂੰ ਦੇਖਦੇ ਨੇ, ਉਹਨੂੰ ਵੀ ਟੋਕ ਦਿੰਦੇ ਆ, ਨਾ ਚੁੱਪ ਹੋਏ ਹੋਏ ਨੂੰ ਦੇਖਦੇ ਆ, ਉਹਨੂੰ ਵੀ ਟੋਕ ਦਿੰਦੇ ਨੇ। ਜੇ ਬਹਿ ਰਹਾ ਤਾਂ ਆਖੀਐ, ਬੈਠਾ ਸੱਥਰ ਘੱਤ। ਜੇ ਕਿਤੇ ਬਹਿ ਜਾਈਏ, ਚਲੋ ਟੇਕ ਕੇ ਬੈਠ ਜਾਂਦੇ ਆ, ਕਹਿਣਗੇ ਸੱਥਰ ਘੱਤ ਕੇ ਕਿੱਦਾਂ ਬੈਠਾ, ਉੱਠ ਕੇ ਤੁਰਿਆ ਫਿਰਿਆ ਨਹੀਂ ਜਾਂਦਾ, ਕੋਈ ਕੰਮ ਨਹੀਂ ਤੈਨੂੰ ਹੈਗਾ। ਤੇ ਜੇ ਫਿਰ ਕਹਿੰਦੇ ਤੁਰੀ ਫਿਰੀਏ, ਫਿਰ ਕਹਿਣਗੇ ਇਸ ਪ੍ਰਕਾਰ ਕਰਦਾ। ਉੱਠ ਜਾਈ ਤਾਂ ਆਖੀਐ, ਛਾਰ ਗਿਆ ਸਿਰ ਘੱਤ। ਜੇ ਉੱਠ ਕੇ ਤੁਰ ਜੀਏ, ਲੈ ਕਹਿੰਦੇ ਸਿਰ 'ਚ ਸਵਾਹ ਪਾ ਕੇ ਚਲਿਆ ਗਿਆ। ਫਿਰ ਉੱਠ ਕੇ ਤੁਰਨ ਵੀ ਨਹੀਂ ਦਿੰਦੇ, ਨਾ ਹੀ ਬੈਠਣ ਦਿੰਦੇ ਹਨ। ਜੇ ਕਰ ਨਿਵਾ ਤਾਂ ਆਖੀਐ, ਡਰਦਾ ਕਰੇ ਭਗਤ। ਜੇ ਹੁਣ ਅਗਲੇ ਅੱਗੇ ਨਿਮ ਕੇ ਨਿਮਰਤਾ ਦਿਖਾਈਏ, ਨੀਵੇਂ ਹੋ ਜਾਈਏ, ਕਹਿੰਦੇ ਡਰਦਾ ਹੀ ਕਰਦਾ, ਮੈਥੋਂ ਡਰਦਾ ਨਾ ਤਾਂ ਮੇਰੇ ਅੱਗੇ ਝੁਕਦਾ। ਕਹਿੰਦੇ ਤਾਈਓ ਰੱਬ ਰੱਬ ਕਰਦਾ, ਕਿਉਂਕਿ ਡਰਦਾ ਹੈ। ਕਾਈ ਗਲੀ ਨਾ ਮੇਵਨੀ, ਜਿੱਥੈ ਕੱਢਾਂ ਝੱਤ। ਕਾਈ ਗੱਲੀ, ਕਿਸੇ ਗੱਲੀ ਵੀ ਮਿਆਉਣਾ ਨਹੀਂ ਹੁੰਦਾ ਦੁਨੀਆ ਦੇ ਅੰਦਰ, ਜਿੱਥੇ ਮੈਂ ਆਪਣਾ ਸਮਾਂ ਕੱਢ ਲਵਾਂ। ਇੱਥੈ ਉਥੈ ਨਾਨਕਾ, ਕਰਤਾ ਰੱਖੈ ਪਤ। ਮਹਾਰਾਜ ਕਹਿੰਦੇ ਇੱਥੇ ਵੀ ਤੇ ਉੱਥੇ ਵੀ ਹਰ ਥਾਂ ਵਾਹਿਗੁਰੂ ਹੀ ਇੱਜ਼ਤ ਰੱਖੇ ਬੰਦੇ ਦੀ। ਬਸ ਇਹ ਕਿਸੇ ਥਾਂ ਦੇ ਉੱਤੇ ਔਖਾ ਹੀ ਆ ਰਹਿਣਾ ਟਿਕਣਾ। ਦੋਹਰਾ ਸੁਨ ਲਾਲੋ ਸੰਸਾਰ ਤੇ, ਜੇ ਰੱਖ ਹੈ ਕਰਤਾਰ। ਸੁਣ ਭਾਈ ਲਾਲੋ, ਸੰਸਾਰ ਤੋਂ ਤਾਂ ਜੇ ਕਰਤਾਰ ਹੀ ਰੱਖੇ ਨਾ ਫੇਰ ਹੀ ਠੀਕ ਹੈ। ਤੋਰੈ ਬੋਹਿ ਤੇ ਬਨਾ ਹੈ, ਇਹ ਗਰਤ ਅਪਾਰ। ਤਾਈਓ ਰਹਿਣਾ ਇੱਥੇ ਬਣਦਾ, ਕਿਉਂਕਿ ਗਰਤ ਹੁੰਦਾ ਟੋਆ, ਡੂੰਘਾ ਖਾਤਾ ਟੋਆ। ਇਹ ਤਾਂ ਬਹੁਤ ਡੂੰਘਾ ਇੱਕ ਤਰ੍ਹਾਂ ਦਾ ਟੋਆ ਹੈ। ਦੁਵਈਆ ਛੰਦ ਪੁਨ ਅਦਾਸ ਔਰ ਮਹਿ, ਮਰਦਾਨਾ ਦੇਖ ਦੁਖੈ ਮਤ ਮੰਦੇ। ਇਸ ਤਰ੍ਹਾਂ ਭਾਈ ਮਰਦਾਨਾ ਜੀ ਮਨ ਦੇ ਅੰਦਰ ਉਦਾਸ ਹੈ ਕਿ ਦੇਖ ਕਰਕੇ ਸਾਨੂੰ ਜਿਹੜੇ ਖੋਟੀ ਬੁੱਧੀ ਵਾਲੇ ਬੰਦੇ ਨੇ ਉਹ ਬਹੁਤ ਦੁਖੀ ਹੁੰਦੇ ਹਨ। ਸੁਣ ਲਾਲੋ ਮਨ ਦੀਨ ਭਇਓ, ਬਹੁ ਪੁੰਨ ਪੁੰਨ ਪਦ ਪਰ ਬੰਦੇ। ਸੁਣ ਕੇ ਭਾਈ ਲਾਲੋ ਜੀ ਮਨ ਦੇ ਅੰਦਰ ਬੜੀ ਦੀਨਤਾ ਦੇ ਨਾਲ, ਗਰੀਬਤਾ ਦੇ ਨਾਲ ਹੱਥ ਜੋੜ ਜੋੜ ਕੇ ਮੱਥਾ ਟੇਕਦਾ। ਏਕ ਮਾਸ ਮੁਝ ਰਹੋ ਅਵਾਸੋ, ਬਿਨੈ ਬਲੋਕਹੁ ਸੁਆਮੀ। ਇਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਘੱਟੋ ਘੱਟ 1 ਮਹੀਨਾ ਮੇਰੇ ਘਰ ਰਹੋ। ਸੱਚੇ ਪਾਤਸ਼ਾਹ ਇਹ ਮੇਰੀ ਆਪ ਜੀ ਨੂੰ ਬੇਨਤੀ ਹੈ ਜੀ। ਪੁਨ ਗਬਨ ਹੋ ਜਿਤ ਇੱਛਾ ਹੋਵੈ, ਸ੍ਰੀ ਗੁਰ ਅੰਤਰ ਜਾਮੀ। ਇਹ ਅੰਤਰ ਜਾਮੀ, ਅੰਦਰ ਦੀ ਜਾਮੀ ਜਾਣਨਹਾਰ ਸਤਿਗੁਰੂ, ਮੇਰੀ ਇੱਛਾ ਪੂਰੀ ਕਰੋ। ਤੁਸੀਂ ਫੇਰ ਜਿੱਥੇ ਜੀ ਕਰੇ ਚਲੇ ਜਾਇਓ, ਪਰ ਕਿਰਪਾ ਕਰੋ ਮੇਰੇ ਘਰ 1 ਮਹੀਨਾ ਲਾਓ ਜੀ। ਦੇਖ ਦੀਨਤਾ ਦਾਸ ਈਠ ਕੇ, ਮਾਨ ਲਏ ਤਿਹ ਬੈਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਫਿਰ ਈਠ ਹੁੰਦਾ ਆਪਣੇ ਪਿਆਰੇ ਦੀ,
ਇਹ ਬੇਨਤੀਆਂ ਸੁਣ ਕੇ ਜਦੋਂ ਬਹੁਤੀ ਦੀਨਤਾ ਨਾਲ ਬੇਨਤੀ ਕੀਤੀ ਤਾਂ ਉਸ ਵਕਤ ਉਹਦੇ ਬਚਨ ਮਹਾਰਾਜ ਨੇ ਮੰਨ ਲਏ। ਲਾਲੋ ਵਚਨ ਨ ਮੇਟਿਆ ਜਾਈ, ਭੰਤ ਭਏ ਗੁਰ ਐਨਾ। ਗੁਣ ਇਹਨਾਂ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਲਾਲੋ, ਕਿਉਂਕਿ ਤੂੰ ਸਾਡਾ ਪਿਆਰਾ ਹੈ, ਭਗਤ ਹੈ, ਜਨਮਾਂ ਜਨਮਾਂ ਦਾ ਭਗਤ ਹੈ, ਹੁਣ ਤੇਰਾ ਆਖਿਆ ਵੀ ਨਹੀਂ ਮੋੜਿਆ ਜਾ ਸਕਦਾ, ਇਸ ਕਰਕੇ ਗੁਰਾਂ ਨੇ ਬਚਨ ਮੰਨ ਲਿਆ। ਏਕ ਮਾਸ ਰਹੀਏ ਮਰਦਾਨਾ, ਬਹੁਰੋ ਕਰਹਿ ਪਿਆਨਾ। ਭਾਈ ਮਰਦਾਨਾ, ਹੁਣ ਆਪਾਂ 1 ਮਹੀਨਾ ਇੱਥੇ ਰਹਾਂਗੇ, ਫੇਰ ਹੀ ਚੱਲਾਂਗੇ। ਤਿਰਸਕਾਰ ਇਸਕੋ ਕਰ ਕੈਸੇ, ਜਾਹੇ ਆਨ ਅਸਥਾਨਾ। ਕਿਉਂਕਿ ਆਪਾਂ ਦੇਖ ਦੁਨੀਆ ਪਿੱਛੇ ਹੁਣ ਆਪਣੇ ਭਗਤ ਦਾ ਵੀ ਨਿਰਾਦਰ ਨਹੀਂ ਨਾ ਕਰਨਾ ਹੈ। ਹੋਰ ਜਗ੍ਹਾ ਜਿੱਥੇ ਜਾਵਾਂਗੇ ਉੱਥੇ ਕਿਹੜਾ ਲੋਕਾਂ ਨੇ ਛੱਡਣਾ, ਕੁਛ ਨਾ ਕੁਛ ਬੋਲ ਹੀ ਜਾਣਾ। ਤੂੰ ਇਸ ਤਰ੍ਹਾਂ ਮਨ ਦੇ ਅੰਦਰ ਨਾ ਵਿਚਾਰਿਆ ਕਰ। ਜਦੋਂ ਆਪਾਂ ਇਹ ਗਲ ਖਫਣੀ ਪਾ ਹੀ ਲਈ ਆ, ਰਬਾਬ ਪਕੜੀ ਲਈ ਆ, ਆਪਾਂ ਤਾਂ ਰੱਬ ਦੇ ਬੰਦੇ ਆ, ਥਾਂ ਥਾਂ ਦੇ ਉੱਤੇ ਜਾ ਕੇ ਪ੍ਰਚਾਰ ਕਰਨਾ, ਕੀਰਤਨ ਕਰਨਾ। ਹੁਣ ਦੁਨੀਆ ਨੇ ਕੁਛ ਨਾ ਕੁਛ ਤਾਂ ਬੋਲਣਾ ਹੀ ਹੋਇਆ। ਰਹੇ ਦਿਆਲੂ ਏਮਨਾ ਬਾਦੂ, ਵਾਸਰ ਦੋਏ ਬਤੀਤੇ। ਮਹਾਰਾਜ ਸੱਚੇ ਪਾਤਸ਼ਾਹ ਈਮਨਾਬਾਦ ਜਦੋਂ ਰਹੇ ਤਾਂ ਉਸ ਵਕਤ ਦਿਨ ਜਿਹੜੇ ਸੀ 2 ਲਗਭਗ ਬਤੀਤ ਹੋਏ। ਜਦੋਂ ਜਿਸ ਕਰਨਾ ਤੇ ਜਨਮ ਮਰਨ ਗਤ, ਨਾਮ ਜਪੇ ਜਮ ਭੀਤੇ। ਜਿਨ੍ਹਾਂ ਦੀ ਕਿਰਪਾ ਨਾਲ ਜਨਮ ਮਰਨ ਤੋਂ ਬੰਦੇ ਦੀ ਸੋ ਕਲਿਆਣ ਹੁੰਦੀ, ਜਨਮ ਮਰਨ ਤੋਂ ਛੁੱਟ ਜਾਂਦਾ, ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਜਮਦੂਤ ਡਰ ਜਾਂਦੇ ਨੇ। ਆਸਨ ਪੈ ਆਸੀਨ ਕਿਰਪਾਲਾ, ਪੈਰ ਪਲੋਟਤ ਲਾਲੋ। ਮਹਾਰਾਜ ਜੀ ਆਸਣ ਤੇ ਬਿਰਾਜਮਾਨ ਹੋ ਗਏ। ਭਾਈ ਲਾਲੋ ਜੀ ਚਰਨਾਂ ਦੀ ਸੇਵਾ ਕਰਨ ਲੱਗ ਪਏ। ਜਿਹ ਕੋ ਮੁਨ ਜਨ ਧਿਆਨ ਧਰਤ ਹੈ, ਬਸ ਹੈ ਜੇ ਉਰ ਨਹਿ ਕਾਲੋ। ਸੋ ਜਿਨ੍ਹਾਂ ਦਾ ਮੁਨੀ ਜਨ ਜਿਹੜੇ ਨੇ, ਰੱਬ ਦੇ ਪਿਆਰੇ ਸਾਰੇ ਜਿਹੜੇ ਨੇ, ਉਹ ਪ੍ਰਮਾਤਮਾ ਜਿਸ ਦਾ ਧਿਆਨ ਧਰਦੇ ਨੇ, ਇਹ ਉਹ ਪ੍ਰਮਾਤਮਾ ਹੈ ਜਿਹਦੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਵਸ ਜਾਂਦੇ ਨੇ, ਫਿਰ ਉਹਨੂੰ ਮੌਤ ਨਹੀਂ ਆਉਂਦੀ। ਵੈਸੋ ਨਿਕਟ ਭੰਤ ਮਰਦਾਨਾ, ਤੁਮ ਹੈ ਆ ਬਹੁ ਦਿਨ ਰਹਿਣਾ। ਵੈਸਿਓ ਨਿਕਟ ਭੰਤ ਮਰਦਾਨਾ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਜੇ ਬੈਠ ਕੇ ਥੱਲੇ ਉਸ ਵਕਤ ਕਹਿਣ ਲੱਗਿਆ, ਮਹਾਰਾਜ ਤੁਸੀਂ ਤਾਂ ਫਿਰ ਇੱਥੇ ਕਾਫੀ ਦਿਨ ਰਹਿਣਾ ਹੈ, ਇਸ ਥਾਂ ਤੇ ਤੁਸੀਂ ਕਿਹਾ ਕਿ ਅਸੀਂ 1 ਮਹੀਨਾ ਰਹਿਣਾ ਹੈ। ਜਿਉ ਨਦੇਸ ਜਾਓ ਤਲਵੰਡੀ, ਕਹੋ ਤਹਾਂ ਜੋ ਕਹਿਣਾ। ਮਹਾਰਾਜ ਫਿਰ ਮੈਂ ਉਹਨਾਂ ਚਿਰ ਤਲਵੰਡੀ ਨਾ ਹੋਇਆ ਵਾਂ। ਇਹ ਆਪਣੀ ਨਵੀਂ ਰਾਏ ਦਿੰਦਾ ਹੀ ਰਹਿੰਦਾ ਹਮੇਸ਼ਾ ਵੀ ਤਲਵੰਡੀ ਨਾ ਹੋਇਆ ਵਾਂ, ਘਰ ਹੋਇਆ ਵਾਂ। ਹੁਣ ਥੋੜੇ ਦਿਨ ਤਾਂ ਹੁਣ ਆਇਆ ਨੂੰ ਹੋਏ ਆ, ਪਰ ਤਲਵੰਡੀ ਹੋ ਕੇ ਆਉਣ ਦੀ ਇੱਛਾ ਜਾਗ ਪਈ। ਕਿਉਂਕਿ ਇਹ ਨਾਲ ਰਹਿ ਕੇ ਜਿਵੇਂ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਆ ਬਈ ਬੰਦਾ ਬੋਰ ਜਿਹਾ ਹੋ ਰਿਹਾ, ਇਹਨੂੰ ਲੱਗਦਾ ਵੀ ਤੁਰੇ ਫਿਰੀਏ, ਉੱਥੇ ਜਾਈਏ, ਜੀ ਜਿਹਾ ਲੱਗਿਆ ਰਹਿੰਦਾ ਬੰਦੇ ਦਾ। ਮਹਾਰਾਜ ਜੇ ਆਗਿਆ ਦਿਓ ਮੈਂ ਤਲਵੰਡੀ ਜਾ ਆਉਣਾ, ਨਾਲੇ ਤੁਹਾਡੇ ਘਰੇ ਜੇ ਕੋਈ ਕਹਿਣਾ ਸੁਨੇਹਾ ਦੇ ਦਿਓ, ਮੈਂ ਘਰੇ ਵੀ ਕਹਾਉਂਗਾ। ਤੁਰਨ ਤਹਿ ਤੇ ਆਵੋ ਤੁਮ ਢੇਗਾ, ਬਿਲਮ ਨਾ ਕਹੂੰ ਲਗਾਵੋ। ਮਹਾਰਾਜ ਜੀ ਮੈਂ ਛੇਤੀ ਹੋਈ ਵਾਪਸ ਆ ਜਾਵਾਂਗਾ, ਮੇਰਾ ਜੀ ਘਰਦਿਆਂ ਨੂੰ ਮਿਲਣ ਨੂੰ ਕਰਦਾ, ਬੱਚਿਆਂ ਨੂੰ, ਉੱਥੇ ਮੈਂ ਘੁੰਮ ਫਿਰ ਆਵਾਂਗਾ, ਮੈਂ ਦੇਰ ਨਹੀਂ ਲਾਵਾਂਗਾ। ਨਿਜ ਪਰਿਵਾਰ ਹੈ ਦੇ ਖਬਰ ਸਭ, ਹਉ ਨਾਨਕ ਸੰਗ ਜਾਵੋ। ਮੈਂ ਨਾਲੇ ਆਪਣੇ ਪਰਿਵਾਰ ਨੂੰ ਦੱਸਿਆ, ਮੈਂ ਤਾਂ ਆਇਆ ਸੀ ਤਲਵੰਡੀ ਤੋਂ ਸੁਲਤਾਨਪੁਰ ਸਾਹਿਬ, ਤੇ ਸੁਲਤਾਨਪੁਰੋਂ ਆਪਾਂ ਸਿੱਧੇ ਇੱਧਰ ਨੂੰ ਆ ਗਏ ਆ। ਮੈਂ ਘਰਦਿਆਂ ਨੂੰ ਤਾਂ ਕਹਿਆ ਵਾਂ ਮੈਂ ਕਿੱਥੇ ਆ, ਨਾਲੇ ਮੈਂ ਦੱਸ ਆਊਂ ਵੀ ਮੈਂ ਗੁਰੂ ਨਾਨਕ ਦੇਵ ਜੀ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੀ ਸੈਲ ਕਰਨ ਜਾ ਰਿਹਾ ਹਾਂ। ਕਰਮੈ ਜਿਉ ਵਸਤ ਹੈ ਤੇਰੋ, ਜਾਹੋ ਦ੍ਰੁਤ ਪੁਨ ਆਇਐ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚੰਗਾ ਤੇਰੀ ਇੱਛਾ ਹੈ, ਜਾਇਆ ਫਿਰ ਤੂੰ। ਗੁਰਾਂ ਨੇ ਆਗਿਆ ਦੇ ਦਿੱਤੀ, ਕਹਿੰਦੇ ਜਾ ਫਿਰ, ਜਾ ਕੇ ਦ੍ਰੁਤ ਹੁੰਦਾ ਛੇਤੀ ਆ ਜੀ, ਪਰ ਇਹ ਨਾ ਹੋਵੇ ਤੂੰ ਉੱਥੇ ਜਾ ਕੇ ਜੀ ਲਾ ਲਵੇਂ। ਅਮਰੀ ਸੁਧ ਜੈ ਵਿਦ ਕੀ ਦੇਖੋ, ਤੈਸੀ ਤੈਠਾਂ ਦਇਐ। ਸੋ ਇਸ ਤਰ੍ਹਾਂ ਜਿਹੀ ਜੀ ਖਬਰ ਤੁਸੀਂ ਸਾਡੀ ਦੇਖ ਰਹੇ ਹੋਣ ਵੀ ਕਿਵੇਂ ਰਹਿ ਰਹੇ ਹਾਂ ਅਸੀਂ, ਜਿੱਥੇ ਜਿਵੇਂ ਕੋਈ ਪੁੱਛੇ ਉਵੇਂ ਦੱਸ ਦਈ ਕਿ ਉੱਥੇ ਹਨ। ਢੇਰ ਜਾਏ ਮਰਦਾਨਾ ਗਮਨੋ, ਮਿਲਿਓ ਜਾਏ ਪਰਵਾਰੂ। ਭਾਈ ਮਰਦਾਨਾ ਜੀ ਆਗਿਆ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਆਪਣੇ ਪਰਿਵਾਰ ਨੂੰ ਜਾ ਮਿਲੇ ਰਾਏ ਭੋਏ ਦੀ ਤਲਵੰਡੀ। ਤੇ ਪਹਚਾਤ ਦਾਸ ਦੋ ਖੰਡਨ, ਰਾਜਤ ਨਗਰ ਉਧਾਰੂ। ਸੋ ਉਦੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਾਜਤ ਤੋਂ ਭਾਵ ਬਰਾਜੇ ਹਨ ਉਸ ਨਗਰ ਦੇ ਵਿੱਚ, ਏਮਨਾਬਾਦ ਦੇ ਵਿੱਚ। ਕੁਛ ਕਿਉਂਕਿ ਮਹਾਰਾਜ ਦੇ ਕੌਤਕ ਇਹੋ ਜਿਹੇ ਵਰਤਾਉਣੇ ਹੁੰਦੇ ਆ। ਭਾਈ ਮਰਦਾਨਾ ਥੋੜਾ ਜਿਹਾ ਪਹਿਲਾਂ ਹੀ ਦੁਖੀ ਰਹਿੰਦਾ ਇਸ ਗੱਲੋਂ ਕਿ ਲੋਕ ਟੋਕਦੇ ਟਾਕਦੇ ਬਹੁਤ ਨੇ। ਇੱਥੇ ਕੌਤਕ ਹੋਰ ਵਰਤਾਉਣ ਕਰਕੇ ਮਹਾਰਾਜ ਨੇ ਆਪ ਹੀ ਭੇਜ ਦਿੱਤਾ ਪ੍ਰੇਰ ਕੇ ਵੀ ਇੱਥੇ ਜਿਹੜਾ ਕੌਤਕ ਵਰਤਣਾ। ਫਿਰ ਭਾਈ ਮਰਦਾਨੇ ਨੇ ਕਹਿਣਾ, ਮਹਾਰਾਜ ਤੁਹਾਡੇ ਨਾਲ ਤਾਂ ਰਹਿਣਾ ਔਖਾ ਹੀ ਆ,
ਕਿਉਂਕਿ ਥਾਂ ਥਾਂ ਦੇ ਉੱਤੇ ਲੋਕ ਇਸ ਤਰ੍ਹਾਂ ਬੋਲਦੇ ਹਨ। ਵਾਸਰ ਬਨ ਮੈਂ ਜਾਏ ਬਰਾਜ ਹੈ, ਕਮਲ ਬਦਨ ਦੁਖ ਕਦਨਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਨਹੀਂ ਕਿ ਉੱਥੇ ਪਏ ਰਹਿੰਦੇ ਨੇ ਜਾਂ ਬੈਠੇ ਰਹਿੰਦੇ ਨੇ। ਦਿਨੇ ਤਾਂ ਸਤਿਗੁਰੂ ਮਹਾਰਾਜ ਸਵੇਰੇ ਹੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚਲੇ ਜਾਂਦੇ ਨੇ, ਕਿੱਥੇ ਜੰਗਲ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਚੰਗਾ ਭਾਈ ਲਾਲੋ ਤੂੰ ਆਪਣਾ ਕੰਮਕਾਰ ਕਰ, ਅਸੀਂ ਬਾਹਰ ਜਾ ਕੇ ਕਰਤਾਰ ਦੀ ਭਗਤੀ ਕਰਦੇ, ਜੰਗਲ 'ਚ ਬੈਠ ਕੇ ਭਗਤੀ ਕਰਦੇ ਨੇ। ਔਰ ਕਮਲ ਬਦਨ ਗੁਰੂ ਨਾਨਕ ਦੇਵ ਜੀ, ਕਮਲ ਸਰੀਖਾ ਚਿਹਰਾ ਜਿਨ੍ਹਾਂ ਦਾ, ਦੁੱਖਾਂ ਨੂੰ ਕੱਟਣ ਹਾਰੇ। ਜਵੇ ਭਵਾਵਰ ਹੋਵੇ ਲਖ ਹੀ ਆਵਹਿ ਲਾਲੋ ਸਦਨਾ। ਜਦੋਂ ਸੰਧਿਆ ਦਾ ਸਮਾਂ ਹੁੰਦਾ ਉਸ ਵਕਤ ਹਨੇਰਾ ਜਿਹਾ ਹੋ ਗਿਆ, ਰਹਿ ਰਾਸ ਪੜ੍ਹ ਕੇ ਆਪਣੀ ਉਦੋਂ ਬਾਅਦ ਵਿੱਚ ਭਾਈ ਲਾਲੋ ਦੇ ਗ੍ਰਹਿ ਵਿਖੇ ਆ ਜਾਂਦੇ। ਮਹਾਰਾਜ ਜਾਣਦੇ ਨੇ ਜੇ ਦਿਨੇ ਕੋਈ ਆਊਗਾ ਕੌਣ ਹੈ ਕਿਵੇਂ ਹੈ, ਉਹੀ ਝਾਤੀਆਂ ਜਿਹੀਆਂ ਮਾਰੀ ਜਾਂਦੇ ਸਾਰੇ ਜਾਣੇ। ਇਸ ਕਰਕੇ ਮਹਾਰਾਜ ਵੀ ਚਾਹੁੰਦੇ ਨੇ, ਸਤਿਗੁਰੂ ਤਾਂ ਦੁਨੀਆ ਨੂੰ ਚੰਗੀ ਭਲੀ ਜਾਣਦੇ ਹੀ ਨੇ ਵੀ ਦੁਨੀਆ ਹੈ ਕਹੀ ਜੀ। ਨਾਲੇ ਖਾਸ ਕਰਕੇ ਉਦੋਂ ਜਦੋਂ ਖਪਣੀ ਹੁਣ ਪਾਈ ਮਹਾਰਾਜ, ਚੋਗਾ ਲੰਬਾ ਸਾਰਾ ਪਾਇਆ, ਗੇਰੂ ਰੰਗੇ ਬਸਤਰ ਜੇ ਪਾਏ ਹੋਏ ਨੇ ਅੱਜ ਕੱਲ੍ਹ। ਔਰ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤਾਪ ਵੀ ਬਹੁਤ ਜ਼ਿਆਦਾ ਹੈ। ਦੇਖ ਕੇ ਸਾਰੇ ਜਾਣੇ ਫਿਰ ਇਹ ਵੀ ਕਈ ਤਰ੍ਹਾਂ ਦੀਆਂ ਗੱਲਾਂ ਤਰਕਾਂ ਕੁਤਰਕਾਂ ਕਰਦੇ ਹਨ। ਕਰਤ ਪ੍ਰੀਤ ਸੋ ਅਸਨ ਤਿਆਰਾ, ਬਿਨੈ ਭਾਖ ਅਚਚਾ ਵਾਵੈ। ਬੜੇ ਪਿਆਰ ਨਾਲ ਭੋਜਨ ਤਿਆਰ ਕਰਦਾ ਭਾਈ ਲਾਲੋ, ਫਿਰ ਬੇਨਤੀ ਕਰਦਾ ਉਹ ਮਹਾਰਾਜ ਜੀ ਪ੍ਰਸ਼ਾਦਾ ਤਿਆਰ ਹੈ, ਛਕਾਉਂਦਾ ਹੈ। ਭਗਤ ਵਸਲ ਬਹੁ ਭਗਤ ਦੇਖ ਕੈ, ਭੋਜਨ ਤਿਹ ਕਰ ਪਾਵੈ। ਭਗਤ ਵਛਲ ਜਿਹੜੇ ਭਗਤਾਂ ਨੂੰ ਪਿਆਰ ਕਰਦੇ ਨੇ, ਬਹੁਤੀ ਭਗਤੀ ਦੇਖ ਕੇ ਉਹਦੇ ਘਰ ਭੋਜਨ ਛਕਦੇ ਨੇ। ਇੱਥੇ ਇੱਕ ਛਿੰਦ ਦੇ ਦਰਸ਼ਨਾਂ ਨੂੰ ਆਪਾਂ ਤਰਸਦੇ ਹਾਂ। ਗੁਰੂ ਨਾਨਕ ਸਾਹਿਬ ਝਲਕਾਰਾ ਮਾਰ ਜਾਣ ਕੇ ਤੇ ਧੰਨ ਹੈ ਭਾਈ ਲਾਲੋ ਦੇ ਘਰ 1 ਮਹੀਨਾ ਲਗਾਤਾਰ ਸਤਿਗੁਰੂ ਰਹਿ ਰਹੇ ਨੇ। ਇਹ ਹੁੰਦੀ ਕਰਮਾਂ ਦੀ ਗੱਲ, ਭਾਗਾਂ ਦੀ ਗੱਲ, ਕਮਾਈ ਦੀ ਗੱਲ। ਸਦਾ ਅਧੀਨ ਦਾਸ ਕੇ ਜੋ, ਜਾਤ ਕੁਜਾਤ ਨਾ ਜਾਣੈ। ਮਹਾਰਾਜ ਨਾ ਜਾਤ ਜਾਣਦੇ ਨੇ ਜਾਂ ਕੁਜਾਤ, ਇਹਨਾਂ ਗੱਲਾਂ ਨੂੰ ਨਹੀਂ ਦੇਖਦੇ। ਉਹ ਦੇਖਦੇ ਇਹ ਦਾਸ ਹੈ, ਭਗਤ ਹੈ, ਸੇਵਾ ਕਰਨ ਵਾਲਾ, ਭਾਵਨਾ ਵਾਲਾ ਬੰਦਾ ਹੈ। ਉਹ ਦਾਸਾਂ ਦੇ ਅਧੀਨ ਰਹਿੰਦੇ ਨੇ, ਗਰੀਬ ਤੋਂ ਗਰੀਬ ਦੇ ਘਰ ਜਾਂਦੇ ਨੇ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕਾ ਸੰਗ ਸਾਥ। ਵੱਡਿਆਂ ਸਿਓ ਕਿਆ ਰੀਸ। ਮਹਾਰਾਜ ਕਹਿੰਦੇ ਵੱਡਿਆਂ ਤੋਂ ਅਸੀਂ ਕੀ ਲੈਣਾ, ਜਿਹੜੇ ਹੰਕਾਰੀ ਲੋਕ ਨੇ। ਅਸੀਂ ਤਾਂ ਬਿਲਕੁਲ ਜਿਹੜਾ ਹੋਵੇ ਭਗਤ ਸਾਡਾ। 5ਵੇਂ ਪਾਤਸ਼ਾਹ ਭਾਈ ਹੇਮੇ ਕੋਲ ਚਲੇ ਗਏ। ਟੁੱਟੀ ਹੋਈ ਮੰਜੀ, ਪਾਟੀ ਹੋਈ ਕੰਬਲੀ, ਝੌਂਪੜੀ ਸੀ ਮਾੜੀ ਜੀ ਜੰਗਲ ਦੇ ਵਿੱਚ, ਉੱਥੇ ਚਲੇ ਗਏ ਮਹਾਰਾਜ। ਇਸ ਤਰ੍ਹਾਂ ਬਹੁਤ ਇਤਿਹਾਸ ਪਿਛਲਾ ਸਤਿਯੁਗ ਤੋਂ ਲੈ ਕੇ ਚਲਿਆ ਆਉਂਦਾ ਕਿ ਪਰਮੇਸ਼ਰ ਗਰੀਬ ਦੇ ਘਰ ਹੀ ਗਏ ਹਨ। ਗੁਣ ਚਤੁਰਾਈ ਰਿਝਹਿ ਨਾਹੀ, ਭਾਉ ਭਗਤ ਪਹਿਚਾਨੈ। ਜੇ ਕਿਸੇ ਵਿੱਚ ਕੋਈ ਆਮ ਦੁਨਿਆਵੀ ਜੇ ਗੁਣ ਨੇ, ਬੜਾ ਚਲਾਕ ਜਿਹਾ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ, ਉਹਦੇ ਉੱਤੇ ਨਹੀਂ ਪ੍ਰਸੰਨ ਹੁੰਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਪ੍ਰੇਮਾ ਭਗਤੀ ਦੇਖਦੇ ਨੇ ਕਿ ਇਹਦੇ ਅੰਦਰ ਕਿੰਨੀ ਭਾਵਨਾ ਹੈ। ਭਾਵਨਾ ਨੂੰ ਪਰਖਣਾ ਗੁਰਾਂ ਨੇ ਦੇਖਣਾ ਹੈ। ਜਿਜ ਖਤਰੀ ਤਜ ਬੈਸ, ਤਹਾਂ ਕੇ ਸੂਦਰ ਹੁਤੋ ਤੇ ਖਾਨਾ। ਸੋ ਇਸ ਤਰ੍ਹਾਂ ਜਿਹੜੇ ਉੱਥੋਂ ਦੇ ਦੇਜ ਬ੍ਰਾਹਮਣ ਸੀ, ਖੱਤਰੀ ਸੀ, ਸੋ ਤਜ ਬੈਸ ਤਹਾਂ ਕੇ, ਉੱਥੋਂ ਦੇ ਸਾਰੇ ਛੱਡ ਕੇ ਵੈਸ਼ ਤੇ ਕਿੱਥੇ ਬੈਠੇ, ਜਿਹਨੂੰ ਲੋਕ ਕਹਿੰਦੇ ਸੀ ਇਹ ਤਰਖਾਣ ਸ਼ੂਦਰ ਹੈ, ਉਹਦੇ ਗ੍ਰਹਿ ਵਿਖੇ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਹਨ। ਖਾਏ ਸਾਧ ਸੋ ਭੋਜਨ ਤਾਂ ਕੋ, ਕੇਵਲ ਪ੍ਰੇਮ ਮਨ। ਬੜੇ ਸਵਾਦ ਦੇ ਨਾਲ ਭੋਜਨ ਛਕਦੇ ਨੇ, ਕੇਵਲ ਉਹਦਾ ਪ੍ਰੇਮ ਜਾਣਦੇ ਨੇ। ਕਿਉਂਕਿ ਜਿਹਨੇ ਆਪਣੇ ਸਰੂਪ ਨੂੰ ਜਾਣ ਲਿਆ, ਅੰਦਰੋਂ ਸਰੀਰ ਤੋਂ ਪਰੇ ਹੋ ਗਿਆ ਹੈ, ਮੈਂ ਤੋਂ ਪਰੇ ਹੋ ਗਿਆ ਹੈ, ਭੈ ਦੇ ਸਹਿਤ ਗਤੀ ਦੇਣ ਵਾਲੀ ਭਗਤੀ ਨੂੰ ਕਰਦਾ ਹੈ। ਗੁਰੂ ਨਾਨਕ ਸਾਹਿਬ ਸਦਾ ਹੀ ਉਹਨਾਂ ਦੇ ਅਧੀਨ ਹਨ। ਚਾਂਬਤ ਪਾਓ ਹਾਂਗ ਤੇ ਪਉਨਾ, ਹਿਰਦੇ ਆਨੰਦ ਨ ਮਾਵੈ। ਚਰਨ ਚਾਪੀ ਕਰਦਾ ਜਦੋਂ ਮਹਾਰਾਜ ਰਾਤ ਨੂੰ ਆ ਜਾਂਦੇ ਨੇ, ਫਿਰ ਚਰਨ ਘੁੱਟਦਾ, ਸੇਵਾ ਕਰਦਾ, ਚਰਨ ਧੂੜੀ ਮਸਤਕ ਨੂੰ ਲਾਉਂਦਾ, ਗਰਮ ਪਾਣੀ ਲਿਆਉਂਦਾ, ਧਵਾਉਂਦਾ, ਫਿਰ ਹਾਂਕ ਤੇ ਪਾਉਣਾ। ਫਿਰ ਰਾਤ ਨੂੰ ਪੱਖਾ ਕਰਦਾ ਮਹਾਰਾਜ ਜੀ, ਜੇ ਗਰਮੀ ਪੱਖਾ ਕਰ ਦਿੰਦਾ ਜੀ, ਪੱਖਾ ਕਰਦਾ, ਸਾਰੀ ਸਾਰੀ ਰਾਤ ਸੇਵਾ ਕਰਦਾ। ਕਿਉਂਕਿ ਹਿਰਦੇ 'ਚ ਬਹੁਤ ਆਨੰਦ ਹੈ, ਇਹ ਆਨੰਦ ਸਮਾਉਂਦਾ ਨਹੀਂ। ਇਹ ਸਾਰੀਆਂ ਚੀਜ਼ਾਂ ਆਪਾਂ ਜਿਵੇਂ ਸੁਣਦੇ ਹਾਂ, ਇਹ ਉੱਪਰੋਂ ਉੱਪਰੋਂ ਹੋਰ ਲੱਗਦੀਆਂ ਨੇ, ਪਰ ਇਹਦੇ ਵਿੱਚ ਅੰਤਰੀਵ ਵਿੱਚ ਜਿਹੜਾ ਬੜਾ ਡੂੰਘਾ ਰਸ ਹੁੰਦਾ, ਇੱਕ ਬੜੀ ਆਨੰਦ ਦੀ ਕਲਾ ਵਰਤਦੀ ਹੈ, ਇੱਕ ਬੜਾ ਪ੍ਰਕਾਸ਼ ਹੁੰਦਾ। ਉਹ ਚੀਜ਼ਾਂ ਆਮ ਦੁਨਿਆਵੀ ਜੀਵਾਂ ਨੂੰ ਨਹੀਂ ਪਤਾ ਹੁੰਦੀਆਂ। ਹੁਣ ਕਈ ਵਾਰ ਅਸੀਂ ਇੱਥੇ ਕਥਾ ਕਰਦੇ ਹੁੰਦੇ, 2-4 ਜਾਣੇ ਹੁੰਦੇ, ਕਈ ਵਾਰ ਸਵੇਰੇ ਸਵੇਰੇ ਦੇਖੀਦਾ, ਪਰ ਇਹ ਚੀਜ਼ ਦਾ ਨਹੀਂ ਕਿਸੇ ਨੂੰ ਪਤਾ ਕਿ ਇੱਥੇ ਵਰਤਦਾ ਕੀ ਹੈ। ਉਹ ਜੇ ਪਤਾ ਲੱਗ ਜਾਵੇ ਇੱਥੇ ਵਰਤਦਾ ਕੀ, ਫਿਰ ਤਾਂ ਇੱਥੇ ਤਿਲ ਸਿੱਟਣ ਨੂੰ ਥਾਂ ਨਾ ਰਹੇ ਕਿਸੇ ਨੂੰ। ਪਰ ਉਨੀ ਗੱਲ ਦਾ ਹੀ ਨਹੀਂ ਕਿਸੇ ਨੂੰ ਪਤਾ ਕਿ ਕੀ ਵਰਤਦਾ, ਦੁਪਹਿਰੇ ਕੀ ਵਰਤਦਾ, ਰਾਤ ਨੂੰ ਕੀ ਵਰਤਦਾ,
ਗੁਰੂ ਸਾਹਿਬ ਦੇ ਇਸ ਸਥਾਨ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਜਦੋਂ ਇਹ ਗਿਆਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਬਾਰੇ, ਉਸ ਵਕਤ ਮਹਾਰਾਜ ਕਹਿੰਦੇ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਫਿਰ ਸਾਰੇ ਭੱਜ ਭੱਜ ਆਉਣਗੇ। ਅੱਛਾ, ਇੱਥੇ ਤਾਂ ਬਹੁਤ ਤਾਕਤ, ਸਾਨੂੰ ਪਤਾ ਹੀ ਨਹੀਂ ਸੀ, ਇੱਥੇ ਤਾਂ ਬੜੀ ਕਲਾ ਵਰਤ ਰਹੀ ਹੈ। ਉਹ ਜਦ ਤੱਕ ਅੱਖਾਂ ਨਾਲ ਕਲਾ ਨਹੀਂ ਵਰਤਦੀ ਦੇਖਦੀ, ਉਦੋਂ ਤੱਕ ਜੀਵ ਅਗਿਆਨਤਾ ਵਿੱਚ ਹੀ ਰਹਿੰਦਾ ਹੈ। ਦਿਨ ਮੈਂ ਕਿਰਤ ਕਰਤ ਸਭ ਆਪਣੀ ਨਿਸ ਸੇਵਾ ਚਿਤ ਲਾਵੈ। ਦਿਨੇ ਭਾਈ ਲਾਲੋ ਆਪਣੀ ਕਿਰਤ ਕਰਦੇ ਨੇ, ਰਾਤ ਨੂੰ ਸੇਵਾ ਕਰਦੇ ਨੇ। ਗੁਰੂ ਨਾਨਕ ਦੇਵ ਜੀ ਦੀ ਬਹੁਤ ਚਿੱਤ ਲਾ ਕੇ ਸੇਵਾ ਕਰਦੇ ਨੇ, ਕਿਉਂਕਿ ਇਹ ਤੇ ਅਕਸਰ ਚੀਜ਼ਾਂ ਇਦੋਂ ਪਰੇ ਦੀਆਂ ਬਹੁਤ ਬਾਤਾਂ ਪਈਆਂ ਨੇ। ਪਰ ਖੋਲੇ ਭੰਡਾਰਾ ਕਿੱਥੇ ਕਹਿੰਦੇ, ਉਹ ਭੰਡਾਰਾ ਖੋਲਣ ਜੋਗਾ ਹੀ ਨਹੀਂ ਬੰਦਾ, ਕਿਉਂਕਿ ਰੱਬ ਦੇ ਪਿਆਰੇ ਜਿਹੜੇ ਉਹ ਤਾਂ ਬਹੁਤ ਆਨੰਦ ਮਾਣ ਰਹੇ ਨੇ ਤੇ ਆਪਾਂ ਉੱਥੇ ਕੀ ਬੈਠੇ ਆਂ। ਆਨੰਦ ਮਾਣਨ ਦਾ ਯਤਨ ਕਰੀਏ ਭਗਤੀ ਕਰਕੇ, ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ ਕਰਦੇ ਹੋਏ, ਰੱਬ ਦੇ ਪਿਆਰੇ ਜਪਜੀ ਸਾਹਿਬ, ਸੁਖਮਨੀ ਸਾਹਿਬ ਪੜ੍ਹਦੇ ਹੋਏ। ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਆ ਤਾਂ ਉਹਨਾਂ ਨਾਲ ਐਸੇ ਐਸੇ ਕੌਤਕ ਵਰਤ ਜਾਂਦੇ ਨੇ ਕਿ ਉਹ ਵਾਹਿਗੁਰੂ ਦੇ ਆਨੰਦ ਨੂੰ ਮਾਣਦੇ ਹਨ। ਆਤਮ ਕੋ ਅਭਿਆਸ ਭਨਹਿ ਗੁਰ ਤੂੰ ਸਤ ਚਿਤ ਆਨੰਦਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜਾ ਉਹਦੇ ਨਾਲ ਬਚਨ ਕਰਦੇ ਨੇ, ਬਹੁਤ ਵੱਡਾ ਬਚਨ ਕਹਿੰਦੇ ਨੇ। ਕਹਿੰਦੇ ਭਾਈ ਲਾਲੋ, ਤੈਨੂੰ ਪਤਾ ਹੈ ਨਾ ਤੂੰ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ, ਹਾਂ ਜੀ ਤੁਹਾਡੀ ਕਿਰਪਾ ਹੈ। ਭਾਈ ਤੂੰ ਸਰੀਰ ਨਹੀਂ ਨਾ ਹੈ? ਨਹੀਂ ਮਹਾਰਾਜ, ਸਰੀਰ ਤਾਂ ਨਹੀਂ। ਕਹਿੰਦੇ ਫਿਰ ਤੇਰਾ ਹੁਣ ਅਵਸਥਾ ਕਿੱਥੇ ਹੈ? ਕਹਿੰਦੇ ਸਤ ਚੇਤਨ ਆਨੰਦ ਤੱਕ ਚਲਿਆ ਗਿਆ। ਸਤ ਚੇਤਨ ਆਨੰਦ ਪਰਮਾਤਮਾ ਦਾ ਸਰੂਪ ਹੈ। ਕਹਿੰਦੇ ਭਾਈ ਤੂੰ ਤਾਂ ਸਤ ਚੇਤਨ ਆਨੰਦ ਰੂਪ ਹੀ ਹੋ ਗਿਆ ਹੈ। ਰਾਗ ਦਵੈਕ ਤੇ ਹੀਨ ਸਰੂਪਾ ਭਵ ਮਿਰਤ ਬਿਨ ਸੁਖ ਕੰਦਾ। ਇਹ ਜਿਹੜਾ ਹੁੰਦਾ ਨਾ ਸਤ ਚੇਤਨ ਆਨੰਦ ਸਰੂਪ, ਇਹ ਰਾਗ ਦਵੈਸ਼ ਤੋਂ ਹੀਨ ਸਰੂਪਾ ਭਵ, ਇਹ ਸੰਸਾਰ ਦੇ ਵਿੱਚ ਜਿਹੜਾ ਹੈ ਨਾ ਸਰੂਪ ਤੋਂ ਬਿਨਾਂ ਹੈ। ਜਨਮ ਭਾਵ ਮ੍ਰਿਤ ਬਿਨ ਸੁਖ ਕੰਦਾ, ਸੁਖ ਦੇ ਦੇਣ ਵਾਲਾ, ਸੁਖ ਦਾ ਮੂਲ ਰੂਪ ਮੌਤ ਅਤੇ ਜਨਮ ਤੋਂ ਬਿਨਾਂ, ਸਰੂਪ ਤੋਂ ਬਿਨਾਂ, ਰਾਗ ਦਵੈਸ਼ ਤੋਂ ਬਿਨਾਂ, ਇਹ ਸਤ ਚੇਤਨ ਆਨੰਦ ਜਿਹੜਾ ਸਰੂਪ ਹੁੰਦਾ ਉਹ ਹੈ। ਕਿਉਂਕਿ ਜਿਹੜਾ ਮਾਇਆ ਹੈ, ਇਹ ਮਾਇਆ ਅਸਤ ਜੜ ਦੁੱਖ ਰੂਪ ਹੈ। ਜਿਵੇਂ ਇੱਥੇ ਤਿੰਨ ਚੀਜ਼ਾਂ ਆਈਆਂ, ਸਤ ਪਰਮੇਸ਼ਰ ਤਿੰਨਾਂ ਕਾਲਾਂ 'ਚ ਸਤ, ਆ ਸੱਚ, ਜੁਗਾ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਫਿਰ ਆਇਆ ਚਿੱਤ, ਚਿੱਤ ਹੁੰਦਾ ਚੇਤਨ, ਚੇਤਨ ਹੁੰਦੀ ਸੱਤਾ ਪਰਮਾਤਮਾ ਦੀ। ਇੱਕ ਹੁੰਦਾ ਆਨੰਦ, ਪਰਮਾਤਮਾ ਹਮੇਸ਼ਾ ਆਨੰਦ ਸਰੂਪ 'ਚ ਹੀ ਰਹਿੰਦੇ ਨੇ, ਉਹਨਾਂ ਤੱਕ ਦੁੱਖ ਪਹੁੰਚਦਾ ਹੀ ਨਹੀਂ, ਕਿਉਂਕਿ ਉੱਥੇ ਮਾਇਆ ਹੀ ਨਹੀਂ ਹੈ। ਇਸ ਤਰ੍ਹਾਂ ਮਾਇਆ, ਇਹਦੇ ਉਲਟ ਲਾ ਲਓ, ਸਤ ਦੀ ਜਗ੍ਹਾ ਅਸਤ ਹੈ ਮਾਇਆ। ਉਹ ਇੱਕ ਦਿਨ ਆਇਆ ਸੀ, ਅਨਰਵਚਨੀ ਹੈ ਮਾਇਆ, 9 ਗੱਲਾਂ ਕਰਕੇ, ਨਾ ਸਤ ਹੈ, ਨਾ ਸਤ ਹੈ, ਨਾ ਦੋਵੇਂ ਹੈ, ਨਾ ਸਵੈਬ ਹੈ, ਨਾ ਅਵੈਬ ਹੈ, ਨਾ ਦੋਵੇਂ ਹੈ। ਇਹ ਕਾਫੀ ਡੂੰਘਾਈ ਵਿੱਚ ਆਇਆ ਸੀ ਵਾਕ। ਤੀਸਰੀ ਚੀਜ਼ ਹੈ ਆਨੰਦ। ਪਰਮੇਸ਼ਰ ਸਦਾ ਹੀ ਆਨੰਦ ਵਿੱਚ ਹੈ ਤੇ ਮਾਇਆ ਸਦਾ ਹੀ ਦੁੱਖ ਰੂਪ ਹੈ। ਇਹ ਤਿੰਨ ਗੱਲਾਂ ਬਰਾਬਰ ਬਰਾਬਰ ਨੇ। ਸਤ ਚਿੱਤ ਆਨੰਦ ਦੇ ਬਰਾਬਰ ਅਸਤ ਜੜ ਦੁੱਖ ਰੂਪ। ਚੇਤਨ ਹੁੰਦਾ ਹਿੱਲਣ ਜੁਲਣ ਦੀ ਤਾਕਤ, ਤੇ ਜੜ ਹੁੰਦਾ ਜਿਹੜਾ ਨਾ ਹੀ ਹਿੱਲੇ ਜੁੱਲੇ। ਚੇਤਨ ਸਰੀਰ ਉਦੋਂ ਤੱਕ ਹੈ ਜਦੋਂ ਤੱਕ ਇਹਦੇ 'ਚ ਆਤਮਾ, ਜਦੋਂ ਆਤਮਾ ਨਿਕਲ ਜਾਂਦੀ ਹੈ ਜੜ ਹੋ ਜਾਂਦਾ, ਹਿੱਲਦਾ ਹੀ ਨਹੀਂ। ਉਦੋਂ ਸਾਰਾ ਸਰੀਰ ਅਕੜੇਵੇਂ 'ਚ ਆਕੜ ਜਾਂਦਾ। ਇਸ ਕਰਕੇ ਦੁੱਖ ਰੂਪ ਹੈ। ਉਹ ਸਰੂਪ ਹੈ ਪ੍ਰਮਾਤਮਾ ਦਾ, ਇਹੀ ਬੰਦੇ ਦਾ ਰੂਪ ਹੈ। ਜਿਹੜੀ ਆਤਮਾ ਵੀ ਇਹੀ ਚੀਜ਼ ਹੈ ਤੇ ਪ੍ਰਮਾਤਮਾ ਵੀ। ਇਹ ਦੋਨਾਂ ਨੂੰ ਹੁਣ ਆਪਸ ਵਿੱਚ ਮਿਲਾਪ ਕਰਾਉਣਾ। ਮਿਲਾਪ ਜਦੋਂ ਕਰਵਾ ਦਿੱਤਾ, ਬੰਦੇ ਦੇ ਅੰਦਰ ਜਿਹੜਾ ਆਤਮਿਕ ਰੂਪ ਹੈ ਉਹ ਰਾਗ ਤੇ ਦਵੈਸ਼ ਤੋਂ ਤੇ ਸਰੂਪ ਤੋਂ ਬਿਨਾਂ, ਤੇ ਮੌਤ ਤੋਂ ਬਿਨਾਂ, ਤੇ ਜਨਮ ਤੋਂ ਬਿਨਾਂ ਸੁਖ ਦੇ ਦੇਣ ਵਾਲਾ ਹੈ। ਅਕ੍ਰਿਆ ਏਕ ਪਰਮਾਤਮ ਪੂਰਨ ਜਿਹ ਬਿਨ ਜੜ ਹੈ ਮਾਇਆ। ਹੁਣ ਅਕ੍ਰਿਆ ਜਿਹੜੀ ਹੈ, ਕ੍ਰਿਆ ਤੋਂ ਰਹਿਤ ਇੱਕ ਪਰਮਾਤਮਾ ਹੈ ਪੂਰਨ। ਸੋ ਜਿਹ ਬਿਨ ਜੜ ਹੈ ਮਾਇਆ, ਮਾਇਆ ਉਹਦੇ ਤੋਂ ਬਿਨਾਂ ਜੜ ਰੂਪ ਹੈ। ਜੜ ਬੇਜਾਨ, ਜਿਹੜੀ ਹਿਲ ਨਾ ਸਕਦੀ ਹੋਵੇ। ਸ੍ਰੀ ਗੁਰੂ ਕੇ ਬਚ ਸੁਨ ਅਸ ਲਾਲੋ ਸਭ ਅਗਿਆਨ ਗਵਾਇਆ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਨੇ ਬ੍ਰਹਮ ਗਿਆਨ ਦਾ ਜਦੋਂ ਉਪਦੇਸ਼ ਦਿੱਤਾ, ਉਸ ਵਕਤ ਸਾਰਾ ਅਗਿਆਨ ਦੂਰ ਕਰ ਦਿੱਤਾ। ਇਹਦੇ 'ਚ ਇਹ ਫਰਕ ਹੈ, ਬ੍ਰਹਮ ਗਿਆਨ ਦਾ ਉਪਦੇਸ਼ ਤਾਂ ਆਪਾਂ ਹੁਣ ਵੀ ਦੇ ਸਕਦੇ ਹਾਂ। ਜਿਵੇਂ ਆਪਾਂ ਸੈੱਟ ਜਿਹੜਾ ਪਹਿਲਾਂ 12 ਸੀੜੀਆਂ, ਉਹਦੇ ਵਿੱਚ ਇੱਕ ਕਥਾ ਆਉਂਦੀ ਆਤਮ ਗਿਆਨ, ਉਹ 15 ਕੁ ਘੰਟੇ ਦੀ ਕਥਾ ਹੋਈ ਸੀ, 15 ਦਿਨ। ਉਹ ਸਾਰਾ ਆਤਮਿਕ ਗਿਆਨ ਹੀ ਹੈ, ਬ੍ਰਹਮ ਗਿਆਨ ਹੀ ਹੈ ਸਾਰਾ। ਪਰ ਬ੍ਰਹਮ ਗਿਆਨ ਨੂੰ ਕਰਾਂਗੇ ਕੀ ਦੇ ਕੇ, ਜਦ ਅੱਗੇ ਭਾਂਡਾ ਹੀ ਨਹੀਂ ਬ੍ਰਹਮ ਗਿਆਨ ਵਾਲਾ। ਭਾਂਡਾ ਤਾਂ ਕੁਝ ਹੋਰ ਹੀ ਚਾਹੁੰਦਾ।
ਫਿਰ ਉੱਥੇ ਬ੍ਰਹਮ ਗਿਆਨ ਉੱਥੇ ਹੀ ਮਿਲ ਸਕਦਾ ਜਿੱਥੇ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੇ ਕੋ ਜਾਵੋ। ਆਹ ਹੁਣ ਇੰਨਾ ਹੀ ਉਪਦੇਸ਼ ਬ੍ਰਹਮ ਗਿਆਨ ਦਾ ਹੈ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਨੂੰ ਦਿੱਤਾ। ਪਰ ਕੋਈ ਅੱਗਿਓਂ ਜਗਿਆਸੂ ਜੇ ਲੈਣ ਵਾਲਾ ਹੋਵੇਗਾ ਤਾਂਹੀਓ ਹੈ ਨਾ। ਉਪਦੇਸ਼ ਦਾ ਅਸਰ ਨਹੀਂ ਪੈਂਦਾ, ਉਹ ਚੀਜ਼ ਦਾ ਪਤਾ ਹੀ ਨਹੀਂ। ਜਦੋਂ ਚੀਜ਼ ਦਾ ਗਿਆਨ ਹੀ ਨਹੀਂ ਤਾਂ ਉਸ ਵਕਤ ਜਦੋਂ ਬੱਚੇ ਨੂੰ ਗਿਆਨ ਨਹੀਂ ਚੀਜ਼ ਦਾ, ਬੱਚੇ ਨੂੰ ਆਪਾਂ ਵਧੀਆ ਤੋਂ ਵਧੀਆ ਚੀਜ਼ ਦੇ ਦਈਏ, ਨਹੀਂ, ਉਹ ਕਹਿੰਦਾ ਮੈਂ ਤਾਂ ਆ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੰਦਾ। ਬੀਤੀ ਹੋਤੀ ਵਾਸਨਾ ਮਨ ਮਹਿ ਭਇਓ ਤਤ ਕੋ ਵੇਤਾ। ਉਸ ਵਕਤ ਜਿਹੜੀਆਂ ਸੀ ਮਨ ਦੀਆਂ ਸਾਰੀਆਂ ਵਾਸਨਾਵਾਂ ਉਹ ਮਹਾਰਾਜ ਨੇ ਉਡਾ ਹੀ ਦਿੱਤੀਆਂ, ਖਤਮ ਹੋ ਗਈਆਂ ਬਿਲਕੁਲ। ਔਰ ਤਤ ਬੇਤਾ ਬ੍ਰਹਮ ਗਿਆਨ ਦਾ ਬੇਤਾ ਜਾਣਨ ਵਾਲਾ ਬਣ ਗਿਆ, ਤਤ ਦਾ ਜਾਣਨ ਵਾਲਾ ਬ੍ਰਹਮ ਗਿਆਨੀ ਬਣ ਗਿਆ। ਆਸਵਿਦ ਦਿਵਸ ਬਤਾਏ ਕਸਤ ਹੈ ਸਿਰ ਵੇਦੀ ਕੁਲ ਕੇਤਾ। ਇਸ ਤਰੀਕੇ ਨਾਲ ਬੇਦੀਆਂ ਦੀ ਕੁਲ ਦੇ ਕੇਤਾ ਤੋਂ ਭਾਵ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਨੇ ਉੱਥੇ ਕੁਝ ਕੁ ਦਿਨ ਜਦੋਂ ਬਤੀਤ ਕੀਤੇ। ਦੋਹਰਾ ਸੁਨ ਸਰੋਤਾ ਚਿਤ ਲਾਏ ਕੈ ਸਿੱਖੀ ਪ੍ਰਾਪਤ ਹੋਏ। ਕਹਿੰਦੇ ਸਰੋਤਾ ਜਦੋਂ ਇਹ ਕਥਾ ਚਿੱਤ ਲਾ ਕੇ ਸੁਣੋ, ਕਹਿੰਦੇ ਇਹ ਹੌਲੀ 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 ਜਿਹੜੀ ਗੁਰੂ ਦੀ ਕਥਾ ਹੁੰਦੀ ਹੈ ਇਹਦੇ ਨਾਲ ਬੰਦੇ ਨੂੰ ਸਿੱਖੀ ਮਿਲਦੀ ਹੈ, ਸਿੱਖੀ ਦੀ ਰਹਿਤ ਮਿਲਦੀ ਹੈ ਕਿ ਕਿਵੇਂ ਕਿਵੇਂ ਪੁਰਾਣੇ ਗੁਰਸਿੱਖਾਂ ਨੇ ਗੁਰੂ ਨਾਨਕ ਸਾਹਿਬ ਤੋਂ ਬਖਸ਼ਿਸ਼ ਲਈ ਨੋਟ ਕੀਤੀ ਨਾ ਗੱਲ, ਤੇ ਸੇਵਾ ਕੀਤੀ ਹੈ ਪੱਖੇ ਨਾਲ, ਪ੍ਰਸ਼ਾਦੇ ਦੀ, ਚਰਨ ਘੁੱਟਣੇ, ਕਿੱਡੀ ਵੱਡੀ ਸੇਵਾ ਮਿਲੀ। ਧੰਨ ਭਾਈ ਲਾਲੋ ਵੀ ਗੁਰੂ ਨਾਨਕ ਸਾਹਿਬ ਦੀ ਸੇਵਾ ਤੁਹਾਨੂੰ ਮਿਲੀ ਹੈ। ਸਿੱਖੀ ਕੀ ਪਦਵੀ ਅਧਿਕ ਮਹਿਮਾ ਜਾਣੇ ਕੋਏ। ਸਿੱਖੀ ਦੀ ਪਦਵੀ ਜ਼ਿਆਦਾ ਵੱਡੀ ਹੈ, ਇਹਦੀ ਮਹਿਮਾ ਨੂੰ ਕੋਈ ਬਿਰਲਾ ਹੀ ਜਾਣਦਾ। ਕਿਉਂਕਿ ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਬਾਬਾ ਮੋਹਰੀ ਜੀ ਨੂੰ ਕਿਹਾ ਕਿ ਗੁਰੂ ਰਾਮਦਾਸ ਜੀ ਨੂੰ ਅਸੀਂ ਹੁਣ ਗੁਰਤਾ ਗੱਦੀ ਤੇ ਥਾਪ ਦਿੱਤਾ, ਬੇਟਾ ਜੀ ਤੁਸੀਂ ਹੁਣ ਮੱਥਾ ਟੇਕੋ। ਪਹਿਲਾਂ ਬਾਬਾ ਬੁੱਢਾ ਜੀ ਨੇ ਤਿਲਕ ਲਾ ਕੇ ਗੁਰਤਾ ਗੱਦੀ ਦਾ ਮੱਥਾ ਟੇਕਿਆ। ਬਾਬਾ ਮੋਹਨ ਜੀ ਜਵਾਬ ਦੇ ਗਏ, ਕਹਿੰਦੇ ਮੇਰਾ ਹੱਕ ਬਣਦਾ ਸੀ, ਗੱਦੀ ਇਹਨਾਂ ਨੂੰ ਦੇਤੀ। ਉਹ ਨਾਰਾਜ਼ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਚਲੋ ਸਾਖੀਆਂ ਲੰਬੀਆਂ, ਬਾਬਾ ਮੋਹਰੀ ਜੀ ਨੂੰ ਕਿਹਾ ਆਓ। ਉਹਨਾਂ ਨੇ ਝਟਪਟ ਉਸੇ ਵਕਤ ਮੱਥਾ ਟੇਕ ਦਿੱਤਾ। ਤਾਂ ਗੁਰੂ ਅਮਰਦਾਸ ਜੀ ਖੁਸ਼ ਹੋ ਕੇ ਕਹਿਣ ਲੱਗੇ, ਬਹੁਤ ਪ੍ਰਸੰਨ ਹੋਏ। ਕਹਿੰਦੇ ਬਾਬਾ ਮੋਹਰੀ ਲੋਕਾਂ ਦੀਆਂ 21 ਕੁਲਾਂ ਤਰਦੀਆਂ, ਤੇਰੀਆਂ 42 ਤਰਨਗੀਆਂ, ਤੈਨੂੰ ਮੈਂ ਸਿੱਖੀ ਦੀ ਪਦਵੀ ਦਿੰਦਾ ਹਾਂ। ਗੁਰੂ ਰਾਮਦਾਸ ਜੀ ਉਸੇ ਵਕਤ ਉੱਥੋਂ ਪਲੰਘ ਤੋਂ ਉੱਠ ਕੇ ਖੜੇ ਹੋ ਗਏ, ਹੱਥ ਜੋੜ ਕੇ, ਮਹਾਰਾਜ ਸੱਚੇ ਪਾਤਸ਼ਾਹ ਆਹ ਚੀਜ਼ ਲੈਣ ਲਈ ਤਾਂ ਮੈਂ ਤੁਹਾਡੇ ਕੋਲ ਆਇਆ ਸੀ, ਤੁਸੀਂ ਗੁਰਤਾ ਗੱਦੀ ਮੋਹਰੀ ਜੀ ਨੂੰ ਦੇ ਦਿਓ, ਮੈਨੂੰ ਸਿੱਖੀ ਦੀ ਪਦਵੀ ਦੇ ਦਿਓ। ਕਿਉਂਕਿ ਸਿੱਖੀ ਦੀ ਪਦਵੀ ਜ਼ਿਆਦਾ ਹੀ ਵੱਡੀ ਹੈ। ਇਹਨੂੰ ਨਹੀਂ ਸਮਝ ਸਕਿਆ ਕੋਈ ਸਿੱਖੀ ਦੀ ਪਦਵੀ ਨੂੰ। ਜਦੋਂ 6ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਭਰੇ ਦੀਵਾਨ 'ਚ ਪੁੱਛਿਆ ਸੀ ਆਪਣੇ ਪੁੱਤਰ ਸੂਰਜਮਲ ਨੂੰ, ਪੁੱਤਰ ਮੈਂ ਗੁਰਤਾ ਗੱਦੀ ਅੱਗੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਹੁਣ ਬਖਸ਼ਿਸ਼ ਕਰਨੀ ਹੈ, ਸੋ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਸ ਗੱਲ ਦਾ? ਜੇ ਤੁਸੀਂ ਲੈਣੀ ਚਾਹੋ ਤੁਸੀਂ ਲੈ ਲਓ। ਬਾਬਾ ਸੂਰਜਮਲ ਜੀ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਪਿਤਾ ਜੀ ਜੇ ਦੇਣਾ ਮੈਨੂੰ ਸਿੱਖੀ ਦੇ ਦਿਓ। ਮਹਾਰਾਜ ਇੰਨੇ ਖੁਸ਼ ਹੋਏ, ਉੱਠ ਕੇ ਸਿੰਘਾਸਣ ਤੋਂ ਸੰਗਤ ਵਿੱਚ ਆ ਕੇ ਬਾਬਾ ਸੂਰਜਮਲ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਘੁੱਟ ਕੇ, ਇਹ ਬਚਨ ਕਿਹਾ ਕਿ ਸਿੱਖੀ ਕੇ ਅਧੀਨ ਹੈ ਗੁਰਤਾ ਗੱਦੀ। ਅਸੀਂ ਅਧੀਨ ਹਾਂ ਸਿੱਖ ਦੇ, ਗੁਰੂ ਸਿੱਖ ਦੇ ਅਧੀਨ ਹੁੰਦਾ। ਬਾਬਾ ਸੂਰਜਮਲ ਤੂੰ ਸਭ ਕੁਝ ਹੀ ਮੰਗ ਲਿਆ। ਜਿਹਨੇ ਸਿੱਖੀ ਮੰਗ ਲਈ, ਅੱਛਾ ਤੁਹਾਡੇ ਘਰ 'ਚ ਗੁਰਤਾ ਗੱਦੀ ਮੁੜ ਕੇ 9ਵੇਂ ਸਰੂਪ 'ਚ ਫੇਰ ਆ ਜਾਏਗੀ, ਕਿਉਂਕਿ ਮਹਾਰਾਜ ਦੇ ਸਾਹਿਬਜ਼ਾਦੇ 9ਵੇਂ ਪਾਤਸ਼ਾਹ। ਇਸ ਕਰਕੇ ਬਾਬਾ ਸੋ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਪੋਤਰੇ ਲੱਗਦੇ ਨੇ ਮਹਾਰਾਜ ਦੇ। ਕਈਆਂ ਨੂੰ ਪਤਾ ਹੀ ਨਹੀਂ ਹੁੰਦਾ। ਉਹ ਇੱਕ ਬੰਦਾ ਕੋਈ ਕਹੀ ਜਾਵੇ ਕਿਸੇ ਵਕਤ ਕਿ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸੀ 7ਵੇਂ ਪਾਤਸ਼ਾਹ। ਮੈਂ ਕਿਹਾ ਤੁਸੀਂ ਇਤਿਹਾਸ ਤਾਂ ਪੜ੍ਹਿਆ ਹੀ ਨਹੀਂ ਹੁੰਦਾ, ਕੋਲੋਂ ਹੀ ਗੱਲ ਜੀ ਜਾਣ ਲੈਂਦੇ ਹੋ। ਇਸ ਤਰ੍ਹਾਂ ਸਭ ਕੁਝ ਜਾਣਨਾ ਪੈਂਦਾ, ਇਤਿਹਾਸ ਸੁਣੇ ਤੋਂ ਬਿਨਾਂ ਕੁਝ ਨੌਲੇਜ ਨਹੀਂ ਹੁੰਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਕਵੀ ਜੀ ਕਹਿੰਦੇ ਜਿਹੜਾ ਕਥਾ ਸੁਣਦਾ ਰਹਿੰਦਾ ਨਾ ਹੌਲੀ ਹੌਲੀ ਉਹਨੂੰ ਸਿੱਖੀ ਦੀ ਪਦਵੀ ਪ੍ਰਾਪਤ ਹੋ ਜਾਂਦੀ। ਉਹਨੂੰ ਕਹਿਣੀ, ਬਹਿਣੀ, ਰਹਿਣੀ, ਸਹਿਣੀ ਸਾਰੀਆਂ ਚੀਜ਼ਾਂ ਹੀ ਰੋਜ਼ ਕੁਛ ਨਾ ਕੁਛ ਕਥਾ ਚੋਂ ਮਿਲਦਾ ਹੀ ਰਹਿੰਦਾ। ਜੋ ਪਈ ਸਤਿਗੁਰ ਸਿੱਖ ਕੋ ਜਮਨ ਹੈ ਫੰਦੋ। ਜਿਹੜਾ ਗੁਰੂ ਦੀ ਕਥਾ ਸੁਣਦਾ, ਕਿਉਂਕਿ ਕਥਾ ਦੇ ਵਿੱਚ ਇੰਨਾ ਟਿਕਾਓ ਹੁੰਦਾ ਕਿ ਆਪਣਾ ਮਨ ਉਸ ਤਸਵੀਰ ਨੂੰ ਬਣਾਉਂਦਾ ਰਹਿੰਦਾ। ਜਦੋਂ ਗੁਰੂ ਨਾਨਕ ਸਾਹਿਬ ਦੇ ਆਪਾਂ ਹੁਣ ਵਚਨ ਕਰਦੇ ਹਾਂ ਵੀ ਭਾਈ ਲਾਲੋ ਨੇ ਪੱਖਾ ਕੀਤਾ, ਉਹ ਉਵੇਂ ਹੀ ਦਿਖਦਾ ਆਪਾਂ ਨੂੰ। ਭਾਈ ਲਾਲੋ ਪੱਖਾ ਕਰ ਰਿਹਾ ਹੈ, ਮਹਾਰਾਜ ਪਲੰਘ ਤੇ ਪਏ ਨੇ,
ਫਿਰ ਚਰਨ ਘੁੱਟ ਰਿਹਾ, ਆਪਾਂ ਦੇਖ ਰਹੇ ਵੀ ਉਹ ਚਰਨ ਮਨ ਉਹ ਬਣਾਉਂਦਾ ਘਾੜਤ, ਉਹ ਆਪਣੀ ਹਾਜ਼ਰੀ ਲੱਗ ਜਾਂਦੀ ਗੁਰੂ ਸਾਹਿਬ ਦੇ ਕੋਲੇ, ਆਪਾਂ ਵੀ ਉਸੇ ਥਾਂ ਤੇ ਹੀ ਚਲੇ ਜਾਂਦੇ ਆ। ਇਸ ਕਰਕੇ ਇਹ ਕਥਾ ਸੁਣਨ ਦੇ ਨਾਲ ਫਾਇਦਾ ਹੁੰਦਾ, ਕਿਉਂਕਿ ਉਦਾਂ ਆਪਣਾ ਜਿਹਨਾਂ ਦਾ ਮਨ ਟਿਕਦਾ ਹੀ ਨਹੀਂ ਸਿਮਰਨ ਵਿੱਚ, ਬਾਣੀ ਵਿੱਚ, ਕੀਰਤਨ ਵਿੱਚ, ਹਲੇ ਕਥਾ ਉਹਨਾਂ ਦੇ ਮਨ ਨੂੰ ਇਸ ਤਰ੍ਹਾਂ ਚਿੱਤਰ ਬਣਾ ਕੇ ਟਿਕਾ ਦਿੰਦੀ। ਇਹ ਸ਼ਰਵਣ ਦਰਸ਼ਨ ਹੁੰਦੇ ਨੇ, ਸ਼ਰਵਣ ਕਰਦੇ ਆ ਨਾਲ ਮਨ ਤਾਂ ਬਹੁਤ ਚਿੱਤਰਕਾਰ ਤਕੜਾ। ਏਮਨਾਬਾਦ ਵੀ ਪਹੁੰਚ ਗਿਆ, ਨਾਲੇ ਦੇਖਿਆ ਵੀ ਨਹੀਂ ਹਲੇ ਆਪਾਂ ਨੇ, ਭਾਈ ਲਾਲੋ ਦੇ ਘਰ ਵੀ ਪਹੁੰਚ ਗਏ ਆਪਾਂ। ਇਸ ਤਰ੍ਹਾਂ ਕਥਾ ਜਿਹੜੀ ਆ ਬੰਦੇ ਨੂੰ ਸਿੱਖੀ ਬਖਸ਼ਿਸ਼ ਕਰਦੀ ਹੈ, ਸਿੱਖੀ ਦੀ ਪਦਵੀ ਪ੍ਰਾਪਤ ਹੁੰਦੀ ਹੈ। ਜਿਉਂ ਬਾਸਰ ਮੈਂ ਜੋੜ ਨਾ ਚੰਦੂ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਜਿਵੇਂ ਦਿਨ ਹੁੰਦਾ ਹੈ ਨਾ, ਜਦੋਂ ਦਿਨ ਦੇ ਵਕਤ ਕੀ ਹੁੰਦਾ ਕਿ ਚੰਦ ਦੀ ਚਾਂਦਨੀ ਨਹੀਂ ਹੁੰਦੀ ਦਿਨ ਦੇ ਵਕਤ। ਚਰਨ ਕਮਲ ਰਤ ਭਾਨ ਪ੍ਰਕਾਸ਼ੋ। ਕਿਉਂਕਿ ਚਰਨ ਕਮਲ ਨੇ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ, ਉਹ ਇਉਂ ਚਮਕਦੇ ਨੇ ਜਿਸ ਪ੍ਰਕਾਰ ਕਹਿੰਦੇ ਸੂਰਜ ਚਮਕਦਾ। ਚਰਨ ਕਮਲਾਂ ਦਾ ਪ੍ਰੇਮ ਸੂਰਜ ਦਾ ਪ੍ਰਕਾਸ਼ ਮਾਨੋ। ਕਿਉਂ ਦੀਸੈ ਸਸ ਤਮ ਨਹਿ ਪਾਸੋ। ਕਿਉਂ ਦੀਸੈ ਸਸ, ਚੰਦਰਮਾ ਨਹੀਂ ਦਿਖਦਾ, ਕਿਉਂਕਿ ਤਮ ਜੋ ਹਨੇਰਾ ਹੀ ਨਹੀਂ, ਹਨੇਰੇ ਵਿੱਚ ਹੀ ਚੰਦਰਮਾ ਦਿਖਦਾ ਹੈ, ਸੂਰਜ ਦਿਨੇ ਦਿਖਦਾ ਹੈ। ਸਰਦਾ ਆਤਪ ਦੀਪ ਜਹਿਬਾ। ਜਿੱਥੇ ਸ਼ਰਧਾ ਰੂਪੀ ਧੁੱਪ ਹੈ ਨਾ ਚਮਕਦੀ, ਭਰਮ ਤਿਮਰ ਕਿਉਂ ਹੋਵੇ ਤਹਿਵਾ। ਉੱਥੇ ਭਰਮ ਰੂਪੀ ਹਨੇਰਾ ਕਿਵੇਂ ਹੋ ਸਕਦਾ ਹੈ। ਉਡਗਣ ਕਿਲਬਖਾ ਨਹੀਂ ਪ੍ਰਕਾਸ਼ਤ। ਸੋ ਇਸ ਕਰਕੇ ਉੱਥੇ ਉਡਗਣ ਜਿਹੜੇ ਪਾਪਾਂ ਰੂਪੀ ਤਾਰੇ ਨੇ ਉਹ ਕਿਵੇਂ ਦਿਖ ਸਕਦੇ ਹਨ। ਬੇਮੁਖਤਾ ਨਿਸੰਜਹ ਪੀ ਨਾਸਤ। ਇਸ ਕਰਕੇ ਜਿਹੜੀ ਬੇਮੁਖਤਾ ਹੁੰਦੀ ਹੈ ਨਾ ਬੰਦੇ ਦੇ ਅੰਦਰ, ਬੇਮੁਖਤਾ ਰੂਪੀ ਨਿਸ ਹੁੰਦੀ ਰਾਤ, ਬੇਮੁਖਤਾ ਰੂਪੀ ਰਾਤ ਉੱਥੇ ਰਹਿੰਦੀ ਹੀ ਨਹੀਂ ਜਿੱਥੇ ਗੁਰੂ ਦੇ ਪ੍ਰਕਾਸ਼ ਹੋ ਗਏ ਚਰਨ। ਕਵ ਕਰ ਬੰਦ ਗੁਰੂ ਪਦ ਬੰਦੇ। ਕਵੀ ਜੀ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ ਹਾਂ। ਸਿੱਖੀ ਜਚ ਹੈ ਆਨੰਦ ਕੰਦੇ। ਜਿਹੜੇ ਸਿੱਖੀ ਮੰਗਦੇ ਨੇ ਸੋ ਆਨੰਦ ਦੇ ਦਾਤੇ ਤੋਂ। ਏਕ ਆਸ ਨਾਸੀ ਅਬ ਔਰੀ। ਸੋ ਏਕ ਆਸ ਨਾਸੀ ਅਬ ਔਰੀ, ਇੱਕ ਨਾਸ ਹੋ ਗਈ ਆਸ ਹੋਰ। ਦਰਸ਼ਨ ਦੇਹੋ ਲਾਲਸਾ ਮੋਰੀ। ਹੁਣ ਮੇਰੀ ਵੀ ਆਸ ਬਣ ਗਈ ਹੈ। ਕੀ ਕਹਿੰਦੇ ਮੈਨੂੰ ਵੀ ਮਹਾਰਾਜ ਦਰਸ਼ਨ ਦੇ ਦਿਓ। ਆ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਸਾਰੀ ਕਵਿਤਾ ਲਿਖੀ, ਚੂੜਾਮਣ ਕਵੀ, ਇਹ ਖਿਤਾਬ ਮਿਲਿਆ ਸੀ ਇਹਨਾਂ ਨੂੰ ਚੂੜਾਮਣ ਦਾ, ਕਹਿੰਦੇ ਮੈਨੂੰ ਵੀ ਦਰਸ਼ਨ ਦੇ ਦਿਓ ਜੀ। ਦੋਹਰਾ ਸ੍ਰੀ ਗੁਰੂ ਚਰਨ ਸਰੋਜ ਕੀ ਰਾਜ ਸ਼੍ਰਿੰਖਲ ਗਲ ਪਾਏ। ਹੁਣ ਮੰਗਲ ਕਰਦੇ ਨੇ ਕਿਉਂਕਿ 39ਵਾਂ ਪ੍ਰਸੰਗ ਅੱਗੇ ਆਰੰਭ ਹੋ ਰਿਹਾ ਹੈ। ਪਹਿਲਾਂ ਇਹਦਾ ਦੋਹਰਾ ਉਚਾਰਨ ਕੀਤਾ ਹੈ। ਗੁਰੂ ਸਾਹਿਬ ਦੇ ਚਰਨ ਕੀ ਨੇ? ਸ੍ਰੀ ਗੁਰੂ ਦੇ ਚਰਨ ਕਮਲਾਂ ਦੀ ਧੂੜੀ ਰੂਪੀ ਸੋ ਸੰਗਲ ਨੂੰ ਮਨ ਰੂਪੀ ਹਾਥੀ ਦੇ ਗਲ ਵਿੱਚ ਪਾ ਕੇ। ਮਨ ਗੇਂਦ ਕੋ ਰੋਕ ਕਰ ਕਹਿਓ ਕਥਾ ਗਤ ਦਾਏ। ਕਹਿੰਦੇ ਤੇ ਇਸ ਨੂੰ ਇਸ ਤਰ੍ਹਾਂ ਰੋਕ ਕੇ ਗੁਰੂ ਦੀ ਚਰਨ ਧੂੜੀ ਨੂੰ ਲੈ ਕਰਕੇ ਇਹਨੂੰ ਸੰਗਲ ਬਣਾ ਕੇ ਰੋਕ ਕੇ ਮਨ ਨੂੰ ਹੁਣ ਮੁਕਤੀ ਦੇ ਦੇਣ ਵਾਲੀ ਕਥਾ ਨੂੰ ਮੈਂ ਅੱਗੇ ਹੋਰ ਪ੍ਰਸੰਗ ਕਹਿੰਦਾ ਹਾਂ। ਚੌਪਈ ਇਹ ਵਿੱਚ ਨਗਰ ਏਮਨਾਬਾਦੂ। ਇਸ ਤਰੀਕੇ ਨਾਲ ਏਮਨਾਬਾਦ ਨਗਰ ਦੇ ਵਿੱਚ ਰਹੇ ਹੇਤ ਲਾਲੋ ਅਹਿਲਾਦੂ। ਭਾਈ ਲਾਲੋ ਦੀ ਖੁਸ਼ੀ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉੱਥੇ ਰਹੇ। ਉਦੋਂ ਸਰੀਰ ਕਰਕੇ ਸੀ, ਹੁਣ ਸਤਿਗੁਰੂ ਸਰਬ ਵਿਆਪਕ ਹੋਣ ਕਰਕੇ ਹੁਣ ਕਈਆਂ ਕੋਲ ਰਹਿੰਦੇ ਨੇ ਗੁਰੂ ਨਾਨਕ ਦੇਵ ਜੀ। ਉਦੋਂ ਇੱਕ ਕੋਲ ਰਹਿੰਦੇ ਸੀ, ਹੁਣ ਤਾਂ ਜਿੱਥੇ ਕਿਸੇ ਭਗਤ ਦੇ ਅਧੀਨ ਹੋ ਜਾਂਦੇ ਆ ਹਰ ਵਕਤ ਉੱਥੇ ਹਾਜ਼ਰੀ ਰਹਿੰਦੇ ਨੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਹੁਣ ਵੀ ਨੇ, ਹੁਣ ਹਾਜ਼ਰ ਨੇ, ਪਰ ਉਹ ਉਨੀ ਫਿਰ ਕਮਾਈ ਕਰਨੀ ਪੈਂਦੀ ਹੈ। ਅੱਜ ਦੁਪਹਿਰ ਦੀ ਕਥਾ ਵਿੱਚ ਇਹੀ ਚੀਜ਼ ਆਈ ਸੀ ਕਿ ਬਾਹਰਲੀਆਂ ਅੱਖਾਂ ਨਾਲ ਪ੍ਰਮਾਤਮਾ ਦਿਖਦਾ ਨਹੀਂ। ਲੋਕ ਕਹਿੰਦੇ ਦਿਖਾਓ ਰੱਬ, ਅੰਦਰਲੀਆਂ ਅੱਖਾਂ ਬੰਦੇ ਦੀਆਂ ਖੁੱਲੀਆਂ ਨਹੀਂ। ਜਦ ਅੰਦਰਲੀਆਂ ਅੱਖਾਂ ਖੁੱਲ ਜਾਣ ਤਾਂ ਪ੍ਰਮਾਤਮਾ ਸਾਖਿਆਤ ਹੀ ਬੈਠੇ ਨੇ ਸਾਹਮਣੇ। ਇਸ ਕਰਕੇ ਅੰਦਰਲੀਆਂ ਅੱਖਾਂ ਨੂੰ ਖੋਲਣਾ ਭਗਤੀ ਦੇ ਨਾਲ। 15 ਬਾਸਰ ਜਬ ਹੈ ਬਤੀਤੇ। ਹੁਣ 15 ਦਿਨ ਜਦੋਂ ਬਤੀਤ ਹੋ ਗਏ ਗੁਰੂ ਨਾਨਕ ਦੇਵ ਜੀ ਨੂੰ ਉਸ ਥਾਂ ਤੇ। ਸੇਵਾ ਚਰਨ ਕਮਲ ਔਰ ਪ੍ਰੀਤੇ। ਬਹੁਤ ਜ਼ਿਆਦਾ ਪਿਆਰ ਨਾਲ ਸੇਵਾ ਕਰਦਾ ਹੈ। ਉਤੋਂ ਪਠਾਨ ਤਾਹਾਂ ਕੋ ਰਾਜਾ। ਉੱਥੇ ਸੀ ਪਠਾਨ ਰਾਜਾ ਇੱਕ। ਨਿਕਟ ਸਭਾ ਜਹ ਦੁਸ਼ਟ ਸਮਾਜਾ। ਉਹਦੇ ਦੁਆਲੇ ਦੁਆਲੇ ਜਿਹੜੇ ਬੰਦੇ ਉਹ ਬੜੇ ਗਲਤ ਕਿਸਮ ਦੇ ਸੀ, ਉਹਨੂੰ ਪੁੱਠੀਆਂ ਪੱਟੀਆਂ ਪੜਾਉਣ ਵਾਲੇ। ਇਹ ਮੰਤਰੀ ਥੋ ਖੱਤਰੀ ਏਕੋ। ਉਹਦਾ ਸੀ ਮੰਤਰੀ ਇੱਕ ਖੱਤਰੀ। ਨਾਮ ਮਲਕ ਭਾਗੋ ਅਵਵੇਕ। ਉਹ ਅਗਿਆਨ ਵਿੱਚ ਰਤਿਆ ਹੋਇਆ, ਗਿਆਨ ਤਾਂ ਹੈ ਹੀ ਨਹੀਂ ਸੀ ਉਹਨੂੰ, ਬਸ ਮਲਕ ਭਾਗੋ ਦਾ ਨਾਮ ਸੀ, ਖੱਤਰੀ ਸੀ ਉੱਥੇ। ਉਹ ਤੋਂ ਪਾਸ ਦੇਖ ਕੇ ਬਹੁਤ ਦਰਬਾ। ਉਹਦੇ ਕੋਲ ਪੈਸਾ ਬਹੁਤ ਜ਼ਿਆਦਾ ਸੀ, ਲੈ ਰਿਸ਼ਵਤਾਂ ਲੋਕਾਂ ਤੋਂ ਠੱਗ ਠੱਗ ਕੇ
ਬਹੁਤ ਰੁਪਈਆ ਇਕੱਠਾ ਕਰੀ ਬੈਠਾ ਸੀ ਉਹ। ਕਰ ਕਲਮਲ ਸੋ ਸੰਚਿਓ ਸਰਬਾ, ਕਿਉਂਕਿ ਇਹਨੇ ਪਾਪ ਕਰਕੇ ਇਕੱਠਾ ਕੀਤਾ। ਮਹਾਰਾਜ ਦਾ ਵਾਕ ਹੈ ਕਿ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਇਹ ਬਹੁਤ ਜ਼ਿਆਦਾ ਮਾਇਆ ਇਕੱਠੀ ਕਰੀ ਬੈਠਾ ਹੈ। ਕਰਨ ਸੋ ਜਸ ਆਪਣੋ ਨਰ ਮਾਹੀ, ਬੰਦਿਆਂ ਦੇ ਵਿੱਚ ਆਪਣਾ ਫਿਰ ਜਸ ਕਰਨ ਵਾਸਤੇ ਨਾ ਸਾਰੀ ਦੁਨੀਆ 'ਚ ਬ੍ਰਹਮ ਭੋਜ ਕੀਨੋ ਪੁਰ ਤਾਹੀ। ਕਹਿ ਲੈ ਜੀ ਹੁਣ ਮੈਂ ਬ੍ਰਹਮ ਭੋਜ ਕਰਨਾ। ਉਹਨੇ ਸ਼ਹਿਰ ਦੇ ਸਾਰੇ ਇਲਾਕੇ ਵਿੱਚੋਂ ਹੋਰ ਆਸੇ ਪਾਸਿਓਂ ਬੜਿਆਂ ਨੂੰ ਸੱਦਾ ਦਿੱਤਾ, ਆਓ ਵੀ ਸਾਰੇ ਜਾਣੇ ਆਓ ਮੇਰੇ ਘਰੇ ਬ੍ਰਹਮ ਭੋਜ ਹੈ। ਜਿਜ ਖੱਤਰੀ ਬਿਟ ਸੂਦਰ ਚਾਰੀ, ਸੋ ਇਸ ਤਰ੍ਹਾਂ ਬ੍ਰਾਹਮਣ ਖੱਤਰੀ ਵੈਸ਼ ਇਹ ਸ਼ੂਦਰ ਸਾਰੇ ਜਿਹੜੇ ਹਨ, ਇਹ ਚਾਰੇ ਪਾਸਿਓਂ ਸਭ ਨੂੰ ਚਾਰਾਂ ਨੂੰ ਹੀ ਖਬਰ ਕਰ ਦਿੱਤੀ ਮੇਰੇ ਘਰੇ ਨਿਆਉਂਦਾ ਛਕੋ ਆ ਕੇ। ਸਭ ਕੋ ਦਇਓ ਅਮੰਤ ਪੁਕਾਰੀ, ਇਹਨੇ ਸਾਰਿਆਂ ਨੂੰ ਆਮੰਤਰਣ ਕੀਤਾ, ਨਿਆਉਂਦਾ ਦਿੱਤਾ, ਬੁਲਾਉਣਾ ਕੀਤਾ। ਜਿਤੇ ਫਕੀਰਨ ਕੇ ਅਸਥਾਨਾ, ਜਿੰਨੇ ਬੜੇ ਬੜੇ ਸਾਧੂ ਸੰਤ ਫਕੀਰਾਂ ਦੇ ਡੇਰੇ ਸੀ ਉੱਥੇ ਵੀ ਭੇਜਿਆ ਹੈ। ਪਠਨਰ ਸਭਨ ਅਸਨ ਬਰ ਜਾਨਾ, ਇਹਨੇ ਬੰਦੇ ਭੇਜ ਕੇ ਆਪਣੇ ਘਰ ਬੁਲਾਇਆ ਸਾਰਿਆਂ ਨੂੰ ਕਿ ਮੇਰੇ ਮਹਿਲਾਂ ਵਿੱਚ ਆ ਕੇ ਸਾਰੇ ਇਹ ਨਿਆਉਂਦਾ ਖਾ ਲਓ। ਦੋਹਰਾ ਤੇ ਖੱਤਰੀ ਕੋ ਦਿਜ ਨਗਰ ਫਿਰਤ ਅਮੰਤੂ ਦੇਤ, ਉਹ ਨਿਆਉਂਦਾ ਦਿੰਦਾ ਫਿਰਦਾ ਸੀ ਜਿਸ ਵੇਲੇ ਉਹ ਖੱਤਰੀ ਦਾ ਬੰਦਾ ਮਲਕ ਭਾਗੋ ਦਾ। ਜਾਵਤ ਥੇ ਉਦਿਆਨ ਕੋ ਤਵ ਵੇਦੀ ਕੁਲ ਕੇਤ, ਕੁਦਰਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਵੱਲ ਨੂੰ ਤੁਰੇ ਜਾਂਦੇ ਸੀ। ਸੋ ਬੇਦੀਆਂ ਦੀ ਕੋਲ ਦੇ ਨਿਸ਼ਾਨ ਰੂਪ ਚੌਪਈ ਵਿਪਰ ਬਲੋਕਤ ਬਚਨ ਅਲਾਏ, ਉਸ ਬੰਦੇ ਨੇ ਦੇਖ ਕਰਕੇ ਇਸ ਤਰ੍ਹਾਂ ਬਚਨ ਕਹੇ, ਕਿਤ ਕੋ ਨਾਨਕ ਤਪਾ ਸਦਾਏ। ਇਹ ਗੁਰੂ ਨਾਨਕ ਤਪਾ ਜੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ? ਆਹਾਂ ਅਮੰਤ ਨ ਕਰੋ ਆਹਾਰਾ, ਸੋ ਇਸ ਕਰਕੇ ਨਿਆਉਂਦਾ ਹੈ ਤੁਹਾਨੂੰ ਅੱਜ ਇੱਥੇ ਨਾ ਪ੍ਰਸ਼ਾਦਾ ਛਕਿਓ, ਅੱਜ ਉੱਥੇ ਮਲਕ ਭਾਗੋ ਦੇ ਘਰ ਰੋਟੀ ਖਾਣੀ ਹੈ ਤੁਸੀਂ। ਸੁਣ ਕੇ ਸ੍ਰੀ ਮੁਖ ਬਚਨ ਉਚਾਰਾ, ਸੁਣ ਕੇ ਸ਼੍ਰੋਮਣੀ ਮੁਖ ਵਿੱਚੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਚਨ ਕਿਹਾ, ਕੈਸ ਅਮੰਤੂ ਵਿਪਰ ਤੁਮਾਰੇ। ਇਹ ਵਿਪਰ ਤੁਹਾਡੇ ਘਰ ਜਿਹੜਾ ਹੈ ਕਿਹੜਾ ਅਮੰਤੂ ਹੈ, ਭਾਵ ਆਮੰਤਰਣ ਕੀਤਾ ਹੈ, ਕਾਹਦਾ ਕੀਤਾ ਹੈ? ਨਿਜ ਬਰਤਾਂਤ ਬਤਾਓ ਵਿਚਾਰੇ, ਸੋ ਆਪਣਾ ਜਿਹੜਾ ਬਰਤਾਂਤ ਹੈ ਮੈਨੂੰ ਵਿਚਾਰ ਕੇ ਕਹੋ। ਕਹਿ ਦਿਜ ਭਾਗੋ ਖੱਤਰੀ ਜੋ, ਮੇਰੇ ਨਹੀਂ ਜੀ, ਉਹ ਤਾਂ ਜਿਹੜਾ ਹੈ ਨਾ ਭਾਗੋ ਖੱਤਰੀ ਮਲਕ ਭਾਗੋ ਉਹਦੇ ਘਰ ਹੈ। ਚਤੁਰ ਵਰਨ ਨਿਉਤੇ ਸਭ ਕੋ, ਉਹਨੇ ਚਾਰੇ ਵਰਨਾਂ ਨੂੰ ਬੁਲਾਇਆ ਉੱਥੇ ਰੋਟੀ ਖਾਣ ਵਾਸਤੇ। ਬ੍ਰਹਮ ਭੋਜ ਤਨ ਕੀਨ ਵਿਸਾਲਾ, ਉਹਨੇ ਬ੍ਰਹਮ ਭੋਜ ਕੀਤਾ ਬਹੁਤ ਵੱਡਾ। ਆਜ ਜਾਹੇ ਨਰ ਸਭ ਤਹਿ ਸਾਲਾ, ਅੱਜ ਸਾਰੇ ਬੰਦੇ ਉਹਦੇ ਘਰ ਜਾਣਗੇ। ਸ਼ਾਲਾ ਤੋਂ ਭਾਵ ਘਰ ਹੁੰਦਾ ਹੈ। ਕਹਿਓ ਗੁਰੂ ਹਮ ਕਿਨ ਕਹਿ ਮਾਹੀ, ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਮੈਂ ਕਿਹਦੇ ਵਿੱਚ ਆ? ਖੱਤਰੀਆਂ ਚ ਆ, ਬ੍ਰਾਹਮਣ ਚ ਆ, ਸੂਦਰਾਂ ਚ ਆ, ਵੈਸਾਂ ਚ ਆ, ਤੂੰ ਮੈਨੂੰ ਕਾਹਨੂੰ ਸੱਦਾ ਦੇਈ ਜਾਂਦਾ ਹੈ? ਦਰਵੇਸ਼ ਵਰਨ ਕੋ ਨਾਹੀ, ਦਰਵੇਸ਼ ਦਾ ਤਾਂ ਕੋਈ ਵਰਨ ਨਹੀਂ ਹੁੰਦਾ, ਵਰਨ ਕੋਈ ਹੁੰਦਾ ਹੀ ਨਹੀਂ। ਇਸ ਕਰਕੇ ਅਸੀਂ ਤਾਂ ਰੋਟੀ ਕਿੱਥੇ ਖਾਣੀ ਆ? ਉੱਥੇ ਤੂੰ ਚਾਰਾਂ ਵਰਨਾਂ ਨੂੰ ਸੱਦਿਆ। ਦਰਵੇਸ਼ ਤਾਂ ਵਰਨਾਂ ਤੋਂ ਬਾਹਰ ਹੀ ਹੁੰਦੇ ਨੇ। ਦੋਹਰਾ ਸੁਨ ਸਰੋਨਨ ਮੈਂ ਵਿਪਰ ਸੋ ਵਿਕਸਿਓ ਬਚਨ ਅਲਾਏ, ਉਸ ਵਕਤ ਕੰਨਾਂ ਦੇ ਵਿੱਚ ਸੁਣ ਕਰਕੇ ਵਿਪਰ ਜੋ ਸੀ ਵਿਕਸਿਓ ਪ੍ਰਸੰਨ ਹੋ ਕੇ ਕਹਿਣ ਲੱਗਿਆ ਬਚਨ, ਨਾਮ ਕਰਾਹੀ ਤੋਹੇ ਕੋ ਇਨ ਬਾਤਨ ਬਨ ਆਏ। ਕਹਿਣ ਲੱਗੇ ਅਸੀਂ ਵੀ ਸੁਣਿਆ ਕਿ ਤੁਹਾਨੂੰ ਇਹਨਾਂ ਗੱਲਾਂ ਤੇ ਲੋਕ ਕੁਰਾਈਆ ਕਹਿੰਦੇ ਨੇ, ਤੁਸੀਂ ਪੁੱਠੇ ਕੰਮ ਬਹੁਤ ਕਰਦੇ ਹੋ। ਮਹਾਰਾਜ ਨੂੰ ਲੋਕ ਉਸ ਵਕਤ ਦੇਖੋ, ਉਸ ਜ਼ਮਾਨੇ ਵਿੱਚ ਨਾਲ ਇੰਨਾ ਭਲਾ ਕੀਤਾ ਸੰਸਾਰ ਦਾ, ਫੇਰ ਵੀ ਆਪਾਂ ਨੂੰ ਸੁਣ ਕੇ ਦੁੱਖ ਤਾਂ ਹੁੰਦਾ ਇਸ ਗੱਲ ਦਾ। ਔਰ ਖਾਸ ਕਰਕੇ ਉਹਨਾਂ ਸੰਗਤਾਂ ਨੂੰ ਜਿਹਨੇ ਕਦੇ ਕਥਾ ਸੁਣੀ ਹੋਈ ਨਹੀਂ ਵੀ ਮਹਾਰਾਜ ਨੂੰ ਲੋਕ ਕੀ ਕਹਿੰਦੇ ਸੀ ਉਸ ਵਕਤ, ਇਸ ਤਰ੍ਹਾਂ ਲੋਕੀ ਕਹਿੰਦੇ। ਉਹ ਕਹਿਣ ਲੱਗਿਆ ਵਿਪਰ ਬ੍ਰਾਹਮਣ ਜਿਹੜਾ ਸੀ, ਕਹਿੰਦਾ ਤੁਹਾਨੂੰ ਤਾਈਓ ਤਾਂ ਇਹਨਾਂ ਗੱਲਾਂ ਤੋਂ ਲੋਕ ਕੁਰਾਈਆ ਕਹਿੰਦੇ ਹਨ। ਛੋਰੀ ਲੋਕਾ ਰੀਤ ਜਗ ਮਾਹੀ, ਤੁਸੀਂ ਜਿਹੜੀ ਲੋਕ ਰੀਤ ਸੀ ਨਾ, ਜਗ ਦੀ ਲੋਕ ਰੀਤ ਹੁੰਦੀ, ਵੈਦਿਕ ਰੀਤੀਆਂ ਹੁੰਦੀਆਂ, ਲੋਕ ਰੀਤੀਆਂ ਸਾਰੀਆਂ ਸਭ ਛੱਡ ਦਿੱਤੀਆਂ ਹਨ। ਭਇਓ ਨਾਮਿਓ ਤੋਹੇ ਕੁਰਾਹੀ, ਤਾਈਓ ਤੁਹਾਡਾ ਨਾਂ ਸਾਰੇ ਕੁਰਾਈਆ ਕਹਿੰਦੇ ਹਨ। ਬ੍ਰਹਮ ਭੋਜ ਮੈਂ ਹੈ ਜੇ ਨਹਿ ਆਵੈ ਹੈ, ਜੇ ਬ੍ਰਹਮ ਭੋਜ ਦੇ ਵਿੱਚ ਨਾ ਆਏ, ਮਲਕ ਕ੍ਰੋਧ ਹਿਰਦੇ ਉਪਜਾਵੈ ਹੈ। ਫਿਰ ਤੁਹਾਨੂੰ ਪਤਾ ਨਾ ਮਲਕ ਭਾਗੋ ਕਿੰਨਾ ਗੁੱਸੇ ਵਾਲਾ, ਬਹੁਤ ਗੁੱਸੇ ਹੋ ਜਾਣਾ ਹੈ ਉਹਨੇ। ਨਗਰ ਵਿਖੇ ਦੇ ਤੇ ਦੇ ਨਿਖਸਾਈ, ਫਿਰ ਤੁਹਾਨੂੰ ਪਤਾ ਕਿ ਉਹ ਕਿੱਡਾ ਵੱਡਾ ਵਜ਼ੀਰ ਆ ਇੱਥੋਂ ਦੇ ਰਾਜੇ ਦਾ, ਉਹਨੂੰ ਤੁਹਾਨੂੰ ਇੱਥੋਂ ਪਿੰਡ ਚੋਂ ਕੱਢ ਦੇਣਾ ਬਾਹਰ ਜੇ ਤੁਸੀਂ ਨਾ ਆਏ ਸਕਣ ਤਾਂ। ਤੁਮ ਜਾਣੋ ਮੈਂ ਕਹਿਓ ਸੁਣਾਈ, ਮੈਂ ਕਹਿ ਕੇ ਤੁਹਾਨੂੰ ਸੁਣਾਤਾ, ਤੁਸੀਂ ਇਹ ਗੱਲ ਜਾਣ ਲਓ, ਮੈਂ ਤੁਹਾਨੂੰ ਝੂਠ ਨਹੀਂ ਕਹਿੰਦਾ ਹਾਂ। ਇਹ ਵਿਦ ਕਹਿ ਕਰ ਦਿਜ ਤਵ ਗਵਨਾ, ਇਸ ਤਰ੍ਹਾਂ ਕਹਿ ਕਰਕੇ ਉਹ ਬ੍ਰਾਹਮਣ ਚਲਿਆ ਗਿਆ। ਦੂਸਨ ਕਰੀ ਖਿਮਾ ਕੇ ਭਵਨਾ, ਤਿੰਨਾਂ ਲੋਕਾਂ ਦੇ ਮਾਲਕ ਦੀ ਕਿੰਨੀ ਖਿਮਾ ਹੈ, ਖਿਮਾ ਦੇ ਭਵਨ ਨੇ। ਮਹਾਰਾਜ ਚੁੱਪ ਕਰ ਗਏ। ਦੇਖੋ ਚਾਹੁਣ ਤਾਂ ਸਾਰਾ ਕੁਝ ਉਡਾ ਸਕਦੇ ਆ, ਪਰ ਨਹੀਂ ਉਡਾਉਂਦੇ ਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਿਖਾਇਆ
ਕਿ ਇੱਕ ਸਧਾਰਨ ਮਨੁੱਖ ਰਹਿ ਕੇ ਉਹ ਕਿੰਨਾ ਕੁਝ ਕਰ ਸਕਦਾ ਹੈ। ਇਹ ਸ਼ੁਭ ਗੁਣ ਇਸ ਤਰ੍ਹਾਂ ਹੀ ਪੈਦਾ ਹੁੰਦੇ ਨੇ। ਖੇਮਾ ਦੇ ਮਾਲਕ ਨੇ ਸੱਚੇ ਪਾਤਸ਼ਾਹ। ਬ੍ਰਹਮ ਭੋਜ ਤਨ ਅਦਕ ਬਨਾਵਾ, ਉਹਨਾਂ ਨੇ ਬਹੁਤ ਜ਼ਿਆਦੇ ਬ੍ਰਹਮ ਭੋਜ ਤਿਆਰ ਕਰ ਲਿਆ। ਊਚ ਨੀਚ ਸਭ ਸਦਨ ਅਲਾਵਾ, ਕੋਈ ਊਚ ਕੋਈ ਨੀਚ ਸਾਰਿਆਂ ਦੇ ਘਰਾਂ 'ਚ ਸੱਦਾ ਦੇ ਦਿੱਤਾ ਹੈ। ਕਰਿਓ ਜਾਏ ਕਰ ਖਾਨ ਆਹਾਰਾ, ਜਾ ਕਰਕੇ ਖਾਣਾ ਕੀਤਾ ਸਾਰੇ ਲੋਕਾਂ ਨੇ। ਅਨਕ ਭਾਂਤ ਕਰ ਜੋ ਸਵਾਰਾ, ਅਨੇਕ ਤਰੀਕਿਆਂ ਨਾਲ ਜਿਹੜਾ ਸਵਾਰ ਕੇ ਸੋਹਣਾ ਬਣਾਇਆ ਸੀ। ਤ੍ਰਿਪਤ ਹੋਏ ਬਹੁ ਸੋ ਜਸ ਬਖਾਨ ਹੈ, ਔਰ ਰੱਜ ਰੱਜ ਕੇ ਸਾਰੇ ਉਹ ਜਸ ਕਰਦੇ ਜਾਂਦੇ ਹਨ। ਪੁੰਨਵਾਨ ਤਾਂ ਕੋ ਅਤਮਨ ਹੈ, ਕਹਿੰਦੇ ਬੜਾ ਬੰਦਾ ਪੁੰਨੀ ਆ ਬਈ, ਇਹ ਤਾਂ ਬੜਾ ਹੀ ਬੰਦਾ ਪੁੰਨੀ, ਬੜਾ ਪਰਉਪਕਾਰੀ ਆ। ਇਹੀ ਪੜਦਾ ਹੁੰਦਾ ਬਸ। ਜਦੋਂ ਅਸਲੀਅਤ ਵਿੱਚ ਅਗਲੇ ਦੀ ਤੁਹਾਨੂੰ ਅਸਲੀਅਤ ਦਿਖਾਵੇ ਪ੍ਰਮਾਤਮਾ, ਉੱਥੇ ਬੰਦਾ ਹੈਰਾਨ ਰਹਿ ਜਾਂਦਾ। ਤੇ ਕਈ ਚੀਜ਼ਾਂ ਦੇ ਪੜਦੇ ਮਹਾਂਪੁਰਸ਼ਾਂ ਨੂੰ ਪਤਾ ਹੁੰਦੇ ਕਿ ਫਲਾਨਾ ਬੰਦਾ, ਇੱਕ ਬੰਦਾ ਕੋਈ ਚੜ੍ਹਾਈ ਕਰ ਗਿਆ, ਸੇਵਾ ਤਾਂ ਆਪਣੇ ਵੱਲੋਂ ਨੇ ਬਹੁਤ ਕਰਵਾਈ। ਮਹਾਂਪੁਰਖਾਂ ਨੂੰ ਉਹਦੇ ਘਰ ਦੇ ਕਹਿੰਦੇ ਜੀ ਐ ਹੁੰਦਾ ਹੁੰਦਾ, ਕਹਿੰਦੇ ਮਹਾਂਪੁਰਖ ਕਹਿੰਦੇ ਭਾਈ ਹਉਮੈ ਸਹਿਤ ਕਰਮ ਕਰਕੇ ਗਿਆ, ਪ੍ਰਵਾਨ ਹੀ ਨਹੀਂ ਹੋਇਆ ਕੁਛ, ਇਸੇ ਕਰਕੇ ਉਹ ਭਲਾ ਹੀ ਨਹੀਂ ਹੋਇਆ। ਕਹਿੰਦੇ ਇੱਥੇ ਭਟਕਦਾ ਫਿਰਦਾ ਉਹ। ਤਾਂ ਤੇ ਆਪਾਂ ਜਿਹੜਾ ਕਰਮ ਹਉਮੈ ਸਹਿਤ ਕਰਦੇ ਆ, ਆਹ ਮਲਕ ਭਾਗੋ ਦਾ ਕਰਮ ਜਿਵੇਂ ਹਉਮੈ ਸਹਿਤ ਹੈ, ਸਿਰਫ ਲੋਕਾਂ ਵਿੱਚ ਵਡਿਆਈ ਲਈ ਲੋਕਾਂ ਨੂੰ ਚੰਗੇ ਚੰਗੇ ਭੋਜਨ ਖਵਾਏ ਹਨ। ਝੂਠੇ ਲਖੇ ਨਾ ਇਹ ਪਰਪੰਚੀ, ਜਿਹੜੇ ਬੰਦੇ ਹੁੰਦੇ ਨੇ ਉਹ ਨਹੀਂ ਜਾਣਦੇ ਕਿ ਪਰਪੰਚ ਕੀ ਹੈ। ਸਾਰਾ ਇਹ ਛਲੀਆ ਬੰਦਾ ਹੈ, ਧੋਖੇਬਾਜ਼ ਹੈ, ਲੋਕਾਂ ਵਿੱਚ ਆਪਣੀ ਵਡਿਆਈ ਕਰਨ ਲਈ ਇਸ ਤਰ੍ਹਾਂ ਦਾ ਕਰਮ ਕਰਦਾ ਹੈ। ਜਿਨ ਵੱਡ ਅਗ ਕਰ ਮਾਇਆ ਸੰਚੀ, ਸੋ ਜਿਨ੍ਹਾਂ ਨੇ ਕਿਉਂਕਿ ਬਹੁਤ ਪਾਪ ਕਰਕੇ ਪੈਸਾ ਇਕੱਠਾ ਕੀਤਾ, ਉਹ ਉਹਦੇ ਉੱਤੇ ਪਰਦਾ ਪਾਉਣ ਲਈ ਦਾਨ ਕਰਦੇ ਨੇ ਵੀ ਲੋਕ ਕਹਿਣ ਬੜਾ ਦਾਨੀ ਬੰਦਾ ਹੈ। ਦੋਹਰਾ ਤੇ ਗ੍ਰਹਿ ਨਹਿ ਸ੍ਰੀ ਗੁਰ ਗਏ, ਦਿਨ ਬਤਾਏ ਉਦਿਆਨ। ਮਹਾਰਾਜ ਬੇਪਰਵਾਹ ਸੀ, ਜੰਗਲ 'ਚ ਚਲੇ ਗਏ, ਸਾਰਾ ਦਿਨ ਉੱਥੇ ਬੈਠੇ ਰਹੇ, ਉਹਦੇ ਘਰ ਨਾ ਗਏ। ਲਾਲੋ ਆਲਯਾਨ ਕੈ ਰਾਜਤ ਮਇਆ ਨਿਧਾਨ, ਮਾਇਆ ਦੇ ਖਜ਼ਾਨੇ, ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਗ੍ਰਹਿ ਵਿਖੇ ਆ ਕੇ ਸ਼ੋਭਨੀਕ ਹੋ ਗਏ। ਜੋ ਪਈ ਤਪਾ ਨ ਆਇਓ ਦਿਜ ਤਹ ਜਾਨੀ, ਬ੍ਰਾਹਮਣ ਨੇ ਜਾਣਿਆ ਕਿ ਉਹ ਤਪਾ ਨਹੀਂ ਆਇਆ ਇੱਥੇ। ਦੂਤੀ ਭਾਗੋ ਨਿਕਟ ਬਖਾਨੀ, ਉਹਨੇ ਹੁਣ ਚੁਗਲੀ ਕਰ ਦਿੱਤੀ ਮਲਕ ਭਾਗੋ ਕੋਲੇ। ਕਰਤ ਹੋਤੇ ਸੋ ਅਛੋ ਹੋ ਆਗੇ, ਉਹ ਪਹਿਲਾਂ ਹੀ ਅਸੂਇਆ ਹੁੰਦਾ, ਈਰਖਾ ਤਾਂ ਪਹਿਲਾਂ ਹੀ ਚੱਲ ਰਹੀ ਸੀ, ਬਸ ਮਾੜਾ ਜਿਹਾ ਹੁਣ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਸੀ ਉੱਥੇ। ਜਾਂ ਤੇ ਦੁਸ਼ਟੀ ਸੋ ਅਨੁਰਾਗੇ, ਇਸ ਕਰਕੇ ਉਹ ਸਾਰੇ ਲੋਕ ਦੋਸ਼ ਲਗਾਉਣ ਤੇ ਚੁਗਲੀ ਕਰਨ ਵਿੱਚ ਹੀ ਮਾਰ ਹੁੰਦੇ ਨੇ ਐਸੇ ਲੋਕ। ਦੇਖੋ ਮਲਕ ਨਾ ਤੁਮਰੇ ਆਇਓ, ਲਓ ਜੀ ਦੇਖੋ ਮਲਕ ਜੀ, ਤੁਸੀਂ ਏਡੇ ਵੱਡੇ ਰਾਜੇ ਦੇ ਵਜ਼ੀਰ ਇੰਨਾ ਤਿਆਰ ਕੀਤਾ, ਦੁਨੀਆ ਦੇ ਬੜੇ ਬੜੇ ਫਕਰ ਫਕੀਰ ਆਏ ਆ, ਉਹ ਨਹੀਂ ਆਏ ਤੁਹਾਡੇ ਘਰ। ਖੱਤਰੀ ਨਾਨਕ ਤਪਾ ਕਹਾਇਓ, ਉਹ ਜਿਹੜੇ ਖੱਤਰੀਆਂ ਵਿੱਚੋਂ ਨੇ ਗੁਰੂ ਨਾਨਕ ਦੇਵ ਜੀ ਤਪਾ ਕਹਾਉਂਦੇ ਨੇ। ਤੁਮ ਤੇ ਅਦਕ ਆਪ ਕੋ ਜਾਨਾ, ਉਹ ਤੁਹਾਡੇ ਨਾਲੋਂ ਕਿਤੇ ਵੱਡਾ ਹੋ ਗਿਆ, ਤੁਸੀਂ ਇੰਨੇ ਅਮੀਰ, ਇੰਨਾ ਦਾਨ ਪੁੰਨ ਕਰਨ ਵਾਲੇ ਮਹਾਂਪੁਰਸ਼ ਤੁਸੀਂ। ਅਚਹੁ ਆਹਾਰ ਨਾ ਤੁਮ ਕਰ ਆਨਾ, ਦੇਖੋ ਤੁਹਾਡੇ ਘਰ ਆ ਕੇ ਪ੍ਰਸ਼ਾਦਾ ਨਹੀਂ ਛਕਿਆ, ਇਹ ਨਾਲੋਂ ਵੱਡੀ ਬੇਇੱਜ਼ਤੀ ਕੀ ਹੋ ਸਕਦੀ ਹੈ। ਆਂਖ ਤਰੈ ਨਹਿ ਆਨਤ ਕਾਹੂ, ਉਹ ਜੀ ਇੰਨਾ ਉਹਨਾਂ ਦੇ ਮਨ ਅੰਦਰ ਹੰਕਾਰ ਹੈ ਜੀ। ਦੇਖੋ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦੇ ਹਨ ਉਹ ਤਾਂ। ਤਜੀ ਰੀਤ ਪੱਗ ਧਰਤ ਕੋ ਰਾਹੂ, ਉਹਨਾਂ ਨੇ ਸਾਰੀ ਰੀਤੀ ਪਿਛਲੀ ਜਿੰਨੀ ਤੁਰੀ ਆਉਂਦੀ ਸਭ ਛੱਡ ਕੇ ਖੋਟੇ ਰਸਤੇ ਉੱਤੇ ਚੱਲ ਰਹੇ ਨੇ ਔਰ ਲੋਕਾਂ ਨੂੰ ਪਾ ਰਹੇ ਨੇ। ਸ਼ੂਦਰ ਕੇ ਕਰ ਭੋਜਨ ਘਰ ਹੀ, ਦੇਖੋ ਸ਼ੂਦਰ ਦੇ ਘਰੇ ਜਾ ਕੇ ਉਹ ਗਰੀਬ ਦੇ ਘਰੇ ਰੋਟੀ ਖਾਂਦੇ ਨੇ। ਆਵਾ ਇਹ ਨ ਉਰਮ ਹੈ ਡਰ ਹੀ, ਨਾ ਇੱਥੇ ਆਏ ਨਾ ਉਹਨਾਂ ਦੇ ਮਨ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਡਰ ਹੈ। ਦੋਹਰਾ ਸੁਨ ਭਾਗੋ ਪੁਨ ਬੂਝਹੀ, ਦਇਓ ਅਮੰਤ ਕੇ ਨਾ ਹੈ। ਭਾਗੋ ਨੇ, ਮਲਕ ਭਾਗੋ ਨੇ ਪੁੱਛਿਆ ਉਸ ਵਕਤ, ਤੂੰ ਉਹਨੂੰ ਆਮੰਤਰਣ ਕੀਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਨੂੰ, ਕਹਿ ਕੇ ਆਇਆ ਉਹਨਾਂ ਨੂੰ ਤੂੰ ਕਿ ਨਹੀਂ? ਕਹਿ ਦੇ ਯਕੀਨ ਤਗੀਦ ਮੈਂ ਬਹੁਤ ਬਾਰ ਬਚ ਪ੍ਰਾ ਹੈ। ਹਾਂ ਜੀ ਹਾਂ, ਪੱਕਾ ਮੈਂ ਆਪ ਕਹਿ ਕੇ ਆ ਬਚਨ ਉਹਨਾਂ ਨੂੰ ਵੀ ਆਇਆ ਜ਼ਰੂਰ ਆਉਣਾ, ਮਲਕ ਭਾਗੋ ਜੀ ਦੇ ਘਰੇ ਆ, ਐ ਆਉਂ ਆ, ਮੈਂ ਸਭ ਕੁਝ ਸਮਝਾ ਕੇ ਆਇਆ ਹਾਂ ਉਹਨਾਂ ਨੂੰ। ਚੌਪਈ ਸੁਣਤ ਮਲਕ ਮਨ ਕ੍ਰੋਧ ਹੈ ਆਇਓ, ਸੁਣ ਕੇ ਉਸ ਵਕਤ ਮਲਕ ਦੇ ਮਨ ਦੇ ਅੰਦਰ ਬੜਾ ਗੁੱਸਾ ਆ ਗਿਆ ਜੀ। ਮਨਹਾ ਸਿੰਘ ਪਰ ਮਸਕਰ ਸਾਇਓ, ਮਾਨੋ ਕਹਿੰਦੇ ਸ਼ੇਰ ਦੇ ਉੱਤੇ ਹੁਣ ਮੱਛਰ ਨੂੰ ਗੁੱਸਾ ਆ ਗਿਆ ਹੈ। ਜਾਵੋ ਦੇਜ ਤਹਿ ਆਨ ਬੁਲਾਈ, ਜਾਓ ਲੈ ਕੇ ਆਓ ਮੇਰੇ ਕੋਲ ਉਹਨਾਂ ਨੂੰ ਬੁਲਾ ਕਰਕੇ। ਦੇਖ ਲਹੇ ਤਿਨ ਕੀ ਮਨਸਾਈ, ਦੇਖ ਲੈਂਦੇ ਆ ਉਹਨਾਂ ਦੀ ਮਰਦਾਨਗੀ, ਉਹਨਾਂ ਦਾ ਪ੍ਰਕਰਮ, ਉਹਨਾਂ ਦਾ ਜਿਹੜਾ ਬਲ ਹੈ। ਗੀਤਕ ਜੋਰੇ ਐਟ ਸੋ ਕਰਹੀ, ਸੋ ਕਿੰਨੇ ਜ਼ੋਰ ਦੇ ਨਾਲ ਉਹ ਐਂ ਠਾਕੜ ਕਰਦੇ ਆਪਣੀ। ਆਵਾ ਖਾਨ ਉਰਮ ਹੈ ਡਰਹੀ, ਸੋ ਇਸ ਕਰਕੇ ਖਾਣ ਵਾਸਤੇ ਕਿਉਂ ਨਹੀਂ ਆਏ? ਮਨ ਤੇ ਡਰ ਨਹੀਂ ਆ ਉਹਨਾਂ ਦੇ, ਕਿਹਦੇ ਘਰੇ ਰੋਟੀ ਅੱਜ? ਸੁਨ ਦੇਜ ਹਰਖਤ ਤੂਰਨ ਗਵਨਾ, ਛੇਤੀ ਦੇ ਨਾਲ ਗੁੱਸੇ 'ਚ ਆ ਕਰਕੇ ਉਹ ਖੁਸ਼ ਹੋ ਕਰਕੇ ਗਿਆ ਬ੍ਰਾਹਮਣ ਵੀ ਹੁਣ ਪਤਾ ਲੱਗੂਗਾ ਤਪੇ ਨੂੰ।
ਹੋ ਤੋ ਜਹਾਂ ਲਾਲੋ ਕੇ ਭਵਨਾ। ਜਿੱਥੇ ਭਾਈ ਲਾਲੋ ਦਾ ਗ੍ਰਹਿ ਸੀ ਉੱਥੇ ਗਏ। ਦਰ ਠਾਂਡੋ ਉੱਚੋ ਬਚ ਪ੍ਰਾਹੀ। ਉਹਦੇ ਦਰਵਾਜ਼ੇ ਤੇ ਖੜ ਕੇ ਉੱਚੀ ਵਾਕ ਬੋਲਿਆ, ਲਾਲੋ ਨਾਨਕ ਤਪਾ ਇਹਾਹੀ। ਭਾਈ ਲਾਲੋ ਗੁਰੂ ਨਾਨਕ ਸਾਹਿਬ ਤਪਾ ਜੀ ਇੱਥੇ ਹੀ ਹਨ। ਕਹਿ ਲਾਲੋ ਵੈਸੇ ਹੈ ਅੰਤਰ। ਭਾਈ ਲਾਲੋ ਜੀ ਕਹਿਣ ਲੱਗੇ, ਹਾਂ ਜੀ ਉਹ ਤਾਂ ਅੰਦਰ ਹੀ ਬੈਠੇ ਹਨ। ਕਾਜ ਕੌਣ ਤੋ ਕਹਿਓ ਨਿਰੰਤਰ। ਹਾਂ ਮੈਨੂੰ ਦੱਸੋ ਕੀ ਕੰਮ ਹੈ, ਪੜਦੇ ਤੋਂ ਬਿਨਾਂ ਦੱਸ ਦਿਓ। ਦੋਹਰਾ ਕਹਿ ਜ ਭਠ ਬਹਾ ਵਹਿਰ ਕੋ ਸ੍ਰੀ ਗੁਰ ਆਪੇ ਆਏ। ਸੋ ਉਸ ਵਕਤ ਬ੍ਰਾਹਮਣ ਕਹਿਣ ਲੱਗਿਆ, ਪਠਵੋ ਬਹਿਰ ਕੋ ਬਾਹਰ ਭੇਜੋ। ਗੁਰੂ ਨਾਨਕ ਦੇਵ ਜੀ ਆਪ ਹੀ ਉੱਠ ਕੇ ਆ ਗਏ। ਕਹਿ ਆਪਾਦਾ ਤੁਮ ਕਹਿਤ ਹੋ ਕਾਰਜ ਦੇਹੋ ਸੁਨਾਏ। ਮਹਾਰਾਜ ਕਹਿਣ ਲੱਗੇ, ਪਾਦਾ ਜੀ ਦੱਸੋ, ਤੁਸੀਂ ਆਪ ਹੀ ਦੱਸੋ ਕੰਮ ਕੀ ਹੈ ਤੁਹਾਨੂੰ, ਤੁਸੀਂ ਮੇਰੇ ਕੋਲ ਕਿਉਂ ਆਏ ਹੋ। ਚੌਪਈ ਚਲੀਏ ਤੁਰਨ ਮਲਕ ਬੋਲਾਵੇ। ਕਹਿੰਦੇ ਛੇਤੀ ਨਾਲ ਚੱਲੋ, ਮਲਕ ਭਾਗੋ ਬੁਲਾ ਰਿਹਾ ਤੁਹਾਨੂੰ। ਨਤ ਮਾਨਵ ਕੋ ਅਵਰੀ ਪਠਾਵੇ। ਤੇ ਫਿਰ ਨਹੀਂ ਤਾਂ ਉਹ ਹੋਰ ਬੰਦੇ ਭੇਜੇਗਾ ਤੁਹਾਨੂੰ ਲੈਣ। ਬੋਲੇ ਸਿਰ ਗੁਰਾ ਸਭ ਸਖ ਧਾਮਾ। ਸਾਰੇ ਸੁੱਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਬੋਲੇ, ਮਲਕ ਸੰਗ ਕਿਆ ਹਮਰੋ ਕਾਮਾ। ਮਲਕ ਦੇ ਨਾਲ ਸਾਡਾ ਕੀ ਕੰਮ ਹੈ। ਕੌਣ ਮਲਕ ਹੋ ਜਾਣਤ ਨਾਹੀ। ਕੌਣ ਮਲਕ, ਮੈਂ ਨਹੀਂ ਜਾਣਦਾ ਉਹਨੂੰ। ਕਬ ਨਾ ਬਿਲਕਿਓ ਕਹਾਂ ਵਸਾਹੀ। ਮੈਂ ਨਹੀਂ ਜਾਣਦਾ ਉਹ ਕਿੱਥੇ ਵਸਦਾ, ਮੈਂ ਨਹੀਂ ਕਦੇ ਦੇਖਿਆ ਹੈ ਉਹਨੂੰ। ਲੈਣ ਦੇਣ ਕੋ ਕਾਜ ਨ ਕੋ। ਮੇਰਾ ਕੋਈ ਉਹਦੇ ਨਾਲ ਕੋਈ ਲੈਣ ਦੇਣ ਦਾ ਵੀ ਕੰਮ ਨਹੀਂ ਇਹੋ ਜਿਹਾ। ਕਿਉਂ ਐਸ ਕਰ ਭੇਜ ਤਸੋ। ਕਿਉਂ ਆਗਿਆ ਕਰਕੇ ਤੁਹਾਨੂੰ ਭੇਜਦਾ ਮੇਰੇ ਕੋਲ ਉਹ। ਹਟ ਦੂਜੀ ਦੂਤੀ ਦਿਜ ਕੀਨੀ। ਉਸ ਵਕਤ ਜਾ ਕਰਕੇ ਫਿਰ ਬ੍ਰਾਹਮਣ ਨੇ ਉਹ ਦੂਸਰੀ ਚੁਗਲੀ ਕਰ ਦਿੱਤੀ। ਭੇਵ ਨਾ ਸਮਝੈ ਜੇ ਮਤਹੀਨੀ। ਮਤ ਤੋਂ ਹੀਣਾ ਕਿ ਭੇਦ ਨਹੀਂ ਸਮਝਦਾ, ਆਮ ਬੰਦਿਆਂ ਵਿੱਚ ਹੀ ਹੈ ਨਾ, ਆਮ ਬੰਦੇ ਦੀ ਮਤ ਇੰਨੀ ਕੀ ਹੁੰਦੀ ਹੈ। ਸੁਨੋ ਮਲਕ ਜੋ ਆਏ ਸਤੋਰੀ। ਕਹਿਣ ਲੱਗੇ, ਸੁਣੋ ਮਲਕ ਜੀ ਦੀ ਤੁਹਾਡੀ ਆਗਿਆ ਹੈ। ਹਿਰਦੇ ਨਾ ਆਨਤਾ ਦੀਨ ਬਹੋਰੀ। ਸੋ ਉਹਨਾਂ ਨੇ ਮੋੜ ਦਿੱਤੀ ਜੀ ਆਗਿਆ ਤੁਹਾਡੀ, ਉਹਨਾਂ ਦੇ ਮਨ 'ਚ ਨਹੀਂ ਕੋਈ ਗੱਲ ਆਉਂਦੀ ਹੈ। ਦੋਹਰਾ ਕਹਿ ਨ ਜਾਣੋ ਮਲਕ ਮੈਂ ਕੋ ਹੈ ਕਹਾਂ ਵਸਾਏ। ਕਹਿਣ ਲੱਗੇ ਉਹ ਤਾਂ ਐਂ ਕਹਿੰਦੇ ਨੇ, ਮੈਂ ਨਹੀਂ ਜਾਣਦਾ ਕੌਣ ਹੈ ਮਲਕ, ਕਿੱਥੇ ਉਹ ਬਸਦਾ ਹੈ। ਬਟੋ ਢੀਠਾ ਨਿਸਠਰ ਬਚਨ ਤੁਮ ਕੋ ਕਹੇ ਬਨਾਏ। ਉਹਨਾਂ ਨੇ ਬਹੁਤ ਢੀਠ ਹੋ ਕਰਕੇ ਕਠੋਰ ਬਚਨ ਤੁਹਾਡੇ ਲਈ ਕਹੇ ਹਨ। ਜੋ ਪਈ ਨਹੀਂ ਬੁਲਾਇਓ ਇਹ ਠਾਂ ਆਵੈ। ਨਹੀਂ ਬੁਲਾਇਓ ਇਹ ਠਾਂ ਆਵੈ, ਬੁਲਾਏ ਹੋਏ ਇਸ ਥਾਂ ਦੇ ਉੱਤੇ ਨਹੀਂ ਆਉਂਦੇ ਹਨ। ਕਰੋ ਅਬ ਹੈ ਜਿਉ ਹਿਰਦੈ ਭਾਵੈ। ਹੁਣ ਜਿਵੇਂ ਤੁਹਾਡਾ ਚਿੱਤ ਕਰਦਾ ਉਸ ਪ੍ਰਕਾਰ ਕਰ ਲਓ। ਤਾ ਭੋਜਨ ਕੀ ਕਰ ਹੈ ਨਿੰਦਾ। ਨਾਲੇ ਤੁਹਾਡੀ ਰੋਟੀ ਦੀ ਤਾਂ ਨਿੰਦਾ ਕਰਦੇ ਨੇ ਉਹ। ਖਾਵੈ ਘਰ ਸੂਦਰ ਜੋ ਮੰਦਾ। ਉਹ ਜਿਹੜਾ ਮੰਦਾ ਬੰਦਾ ਸ਼ੂਦਰ ਆ ਉਹਦੇ ਘਰੇ ਜਾ ਕੇ ਖਾਂਦੇ ਨੇ। ਖੱਤਰੀ ਜਾਤ ਨਾ ਲਜਾ ਕਰੇ। ਦੇਖੋ ਖੱਤਰੀ ਜਾਤ ਹੈ ਫਿਰ ਵੀ ਲੱਜਾ ਨਹੀਂ ਕਰਦੇ ਇਸ ਗੱਲ ਦੀ। ਲੋਕ ਰੀਤ ਉਰਤੇ ਪਰ ਹਰਹੀ। ਇਹ ਲੋਕ ਰੀਤੀ ਮਨ ਦੇ ਅੰਦਰੋਂ ਛੱਡ ਦਿੱਤੀ ਹੈ ਜੀ। ਆਗੇ ਪਾਵਕ ਰੋਸ ਬਹੁਤੀ। ਇਸ ਕਰਕੇ ਗੁੱਸਾ ਰੂਪੀ ਅਗਨੀ ਬਹੁਤੀ ਸੀ ਪਹਿਲਾਂ ਹੀ। ਵਤਨ ਘਿਰਤ ਜਨ ਦੀਨ ਅਹੂਤੀ। ਮਾਨੋ ਬਚਨਾ ਰੂਪੀ ਘਿਓ ਪਾ ਕਰਕੇ ਬ੍ਰਾਹਮਣ ਨੇ ਅੱਗ ਹੋਰ ਲਾ ਦਿੱਤੀ। ਅਰਨ ਵੇਖ ਕਰ ਮਲਕ ਅਲਾਵੈ। ਉਸ ਵਕਤ ਜਿਹੜਾ ਸੀਗਾ ਇਹ ਮਲਕ ਬਹੁਤ ਲਾਲ ਰੂਪ ਕਰਕੇ ਬੜਾ ਗੁੱਸੇ 'ਚ ਆ ਕਰਕੇ ਕਹਿਣ ਲੱਗਿਆ, ਅਬੇ ਬੁਲਾਏ ਜੇ ਨਹੀਂ ਆਵੈ। ਹੁਣ ਬੁਲਾਇਆ ਜੇ ਨਹੀਂ ਆਏ। ਬਹੁ ਨ ਰਜਾਵੋ ਗਹਿਨ ਆ ਨੀਜੈ। ਕਹਿਣ ਲੱਗੇ ਫੇਰ ਬਹੁਤ ਸਾਰੇ ਬੰਦੇ ਲੈ ਕੇ ਜਾਈ ਤੇ ਫੜ ਕੇ ਲੈ ਕੇ ਆਓ ਉਹਨਾਂ ਨੂੰ ਇੱਥੇ। ਜਿਸ ਕੇ ਸੰਗ ਬਿਲਮ ਨਹਿ ਕੀਜੈ। ਸੋ ਛੇਤੀ ਦੇ ਨਾਲ ਜਾਓ ਬੰਦੇ ਤੇ ਫੜ ਕੇ ਲਿਆਉਣਾ ਉਹਨਾਂ ਨੂੰ। ਦੋਹਰਾ ਲੇਕਰ ਪਾਂਚਕ ਮਨੁਜ ਪੁਨ ਤੇਜ ਤਬ ਗਇਓ ਰਸਾਏ। ਗੁੱਸੇ 'ਚ ਆ ਕੇ ਬ੍ਰਾਹਮਣ ਉਸ ਵਕਤ 5 ਬੰਦੇ ਲੈ ਕਰਕੇ ਨਾਲ ਉੱਥੇ ਗਿਆ। ਉੱਚੇ ਬਚਨ ਉਚਾਰ ਕੇ ਨਾਨਕ ਲਈ ਬੁਲਾਏ। ਉੱਚੇ ਬਚਨ ਉਚਾਰ ਕਰਕੇ ਮਹਾਰਾਜ ਨੂੰ ਬਾਹਰ ਬੁਲਾ ਲਿਆ ਹੈ। ਜੋ ਪਈ ਮਲਕ ਰੋਸ ਤੁਝ ਪਰ ਬਹੁ ਕੀਨੋ। ਇਹ ਮਲਕ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਜਾ ਕਰਕੇ ਮਲਕ ਭਾਗੋ ਨੇ ਥੋੜੇ ਤੇ ਬਹੁਤ ਗੁੱਸਾ ਕੀਤਾ ਹੈ। ਚਲੋ ਸੰਗ ਭਲ ਵਿਦ ਮਨ ਚੀਨੋ। ਚੰਗੀ ਤਰ੍ਹਾਂ ਜਾਣ ਲਓ ਮਨ ਦੇ ਅੰਦਰ, ਨਹੀਂ ਤਾਂ ਤੁਰ ਪੋ ਹੁਣ ਆਪਣੇ ਆਪ ਹੀ। ਨਾ ਤਰ ਤੁਮਕੋ ਗਹਿ ਲੈ ਜਾਵੈ। ਨਹੀਂ ਤਾਂ ਤੁਹਾਨੂੰ ਪਕੜ ਕੇ ਲੈ ਜਾਣਗੇ ਆ ਕੇ ਜੀ। ਹੀਰੋ ਨਰ ਨਹਿ ਬਿਲਮ ਲਗਾਵੈ। ਸੋ ਇਸ ਕਰਕੇ ਦੇਖਦੇ ਹੋ ਕਿੰਨੇ ਬੰਦੇ ਲਿਆਏ ਨਾਲ, ਫੜ ਕੇ ਲੈ ਜਾਣਗੇ ਤੁਹਾਨੂੰ ਜੇ ਨਾ ਗਏ ਤੁਸੀਂ। ਵਿਕਸੇ ਸ੍ਰੀ ਪ੍ਰਭ ਸੁਨ ਬਚ ਐਸਾ। ਮਹਾਰਾਜ ਹੱਸ ਪਏ ਦੇਖ ਕਰਕੇ, ਕਹਿਣ ਲੱਗੇ ਦੇਖੋ ਇਹ ਮੱਛਰ ਜੇ ਕਰਦੇ ਕੀ ਨੇ, ਲੈਣ ਵਾਸਤੇ ਆਏ ਨੇ। ਸਤਿਗੁਰੂ ਤਾਂ ਆਪ ਦੁਨੀਆ ਨੂੰ ਦੇਖ ਰਹੇ ਨੇ ਵੀ ਜਿਹੜੀ ਦੁਨੀਆ ਦੇਖੋ ਕਹੀ ਜੀ ਆ। ਇਹ ਸੰਸਾਰ ਦੇ ਵਿੱਚ ਜਿਵੇਂ ਰਾਜਾ ਗੁਪਤ ਰੂਪ ਵਿੱਚ ਵਿਚਰਦਾ ਹੈ ਨਾ, ਲੋਕਾਂ ਨੂੰ ਦੇਖਣ ਲਈ ਭੇਸ ਵਟਾ ਕੇ,
ਪਰਮਾਤਮਾ ਵੀ ਭੇਸ ਵਟਾ ਕੇ ਸੰਸਾਰ ਨੂੰ ਦੇਖ ਰਿਹਾ ਹੈ। ਚਲੇ ਸੰਗ ਜਹ ਭਾਗੋ ਵੈਸਾ। ਚੱਲ ਵੀ ਚੱਲ, ਫਿਰ ਚੱਲੀਏ ਤੇਰੇ ਨਾਲ ਜੇ ਤੂੰ ਇੰਨਾ ਹੀ ਕਰਦਾ ਹੈ। ਮਤ ਮੰਦਨ ਕੋ ਲੱਜਤ ਕਰਨੈ। ਖੋਟੀ ਬੁੱਧੀ ਵਾਲਿਆਂ ਦਾ ਪਾਜ ਉਘੇੜਨ ਲਈ ਚੱਲੇ ਹਨ ਹੁਣ। ਸਰਬ ਗਰਭ ਤਹਿ ਉਰ ਕੋ ਹਰਨੈ। ਕਹਿੰਦੇ ਚੱਲ ਫਿਰ ਉਹਦਾ ਹੁਣ ਹੰਕਾਰ ਦੂਰ ਕਰ ਹੀ ਦਈਏ। ਸ੍ਰੀ ਗੁਰ ਗਵਨੇ ਜਾਏ ਅਘਾਰੀ। ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਉਹਦੇ ਘਰ ਚਲੇ ਗਏ। ਲਾਲੋ ਚਲਿਓ ਸੁਸੰਕ ਵਿਚਾਰੀ। ਭਾਈ ਲਾਲੋ ਨੂੰ ਬੜਾ ਸ਼ੰਕਾ ਜਿਹਾ ਹੋ ਗਿਆ ਵੀ ਪਤਾ ਨਹੀਂ ਹੁਣ ਕੀ ਬਣੇਗਾ, ਕੀ ਕਰਨਗੇ। ਲਿਜਾਰ ਮਨੁਜ ਜਾਹੇ ਸੰਗ ਲਾਗੇ। ਬਹੁਤ ਸਾਰੇ ਬ੍ਰਾਹਮਣ ਤੇ ਉਹ ਨਾਲ ਬਹੁਤ ਸਾਰੇ ਬੰਦੇ ਨਾਲ ਗਏ ਨੇ। ਪਗ ਨਹਿ ਲਾਗਹਿ ਦੁਸ਼ਟਾ ਭਾਗੇ। ਸੋ ਇਸ ਕਰਕੇ ਅਭਾਗੇ ਲੋਕ ਹੈ, ਚਰਨੀ ਨਹੀਂ ਲੱਗਦੇ, ਕਿਉਂਕਿ ਗਿਆਨ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਥਾਂ ਤੋਂ ਲੈ ਕੇ ਚੱਲੇ ਹਨ। ਦੋਹਰਾ ਸੁਨੀ ਨਗਰ ਮੈਂ ਜਹ ਤਹਾਂ ਸ੍ਰੀ ਗੁਰ ਗਹਿ ਮੰਗਵਾਏ। ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਵੀ ਗੁਰੂ ਨਾਨਕ ਦੇਵ ਜੀ ਨੂੰ ਸੋ ਉਸ ਵਕਤ ਬੰਦੇ ਭੇਜ ਕੇ ਮੰਗਵਾਇਆ ਮਲਕ ਭਾਗੋ ਨੇ। ਧਾਏ ਧਾਏ ਹਿਤ ਹੇਰਨੇ ਸੰਗ ਚਲੇ ਸਭ ਜਾਏ। ਭੱਜ ਭੱਜ ਕੇ ਸਾਰੀ ਦੁਨੀਆ ਆਈ। ਚਲੋ ਦੇਖਦੇ ਆ ਉੱਥੇ ਕੀ ਹੋਵੇਗਾ, ਅੱਜ ਕੀ ਤਮਾਸ਼ਾ ਲੱਗੇਗਾ। ਸਾਰੀ ਦੁਨੀਆ ਜਾ ਰਹੀ ਹੈ। ਚੌਪਈ ਜਾਏ ਮਲਕ ਢਿਗ ਬਚਨ ਅਲਾਇਓ। ਜਾ ਕਰਕੇ ਮਲਕ ਭਾਗੋ ਕੋਲ ਬਚਨ ਕਿਹਾ, ਅਬ ਨਾਨਕ ਤੁਮਰੇ ਪਹਿ ਆਇਓ। ਆ ਲਓ ਮੈਂ ਆ ਗਿਆ ਤੁਹਾਡੇ ਕੋਲੇ। ਮਲਕ ਕਹੇ ਆਨੋ ਮਮ ਪਾਸਾ। ਸੋ ਜੋ ਉਹਨਾਂ ਨੇ ਕਿਹਾ ਜਾ ਕਰਕੇ, ਇਹਨਾਂ ਨੇ ਜਿਹੜਾ ਭੇਜਿਆ ਸੀ ਬ੍ਰਾਹਮਣ ਕਹਿੰਦੇ ਹਾਂ ਜੀ ਆ ਗਏ ਨੇ। ਮਲਕ ਕਹਿਣ ਲੱਗਿਆ ਮੇਰੇ ਕੋਲ ਲੈ ਕੇ ਆਓ। ਸ੍ਰੀ ਗੁਰੇ ਅੰਤਰ ਗਏ ਅਵਾਸਾ। ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਚਲੇ ਗਏ ਘਰ ਵਿੱਚ। ਕਹਿਓ ਜਾਏ ਮੁਝ ਕਿਉਂ ਬੁਲਵਾਇਓ। ਕਹਿਣ ਲੱਗੇ ਮੈਨੂੰ ਕਿਉਂ ਬੁਲਵਾਇਆ ਹੈ। ਵਾਰ ਵਾਰ ਨਿਜਾ ਮਨੂਜ ਪਠਾਇਓ। ਬਾਰ ਬਾਰ ਆਪਣਾ ਬੰਦਾ ਭੇਜਿਆ ਹੈ। ਕੌਣ ਕਾਜ ਤੇਰੋ ਮਮ ਸੰਗਾ। ਕੀ ਕੰਮ ਹੈ ਮੇਰੇ ਨਾਲ ਜਿਹੜਾ ਮੈਨੂੰ ਬੁਲਾਇਆ ਤੁਸੀਂ। ਭੇਜੈ ਆਸ ਹੋਏ ਨਸੰਗਾ। ਸੋ ਇਹ ਐ ਨਸੰਗਾ ਹੋ ਕੇ, ਨਸੰਗ ਹੋ ਕੇ ਮੇਰੇ ਕੋਲ ਬੰਦਾ ਬਾਰ ਬਾਰ ਕਿਉਂ ਭੇਜਦੇ ਹੋ। ਮੈਂ ਪ੍ਰਸ਼ਾਦਾ ਨਹੀਂ ਛਕਣਾ। ਸੁਣ ਕਰ ਭਾਗੋ ਬਚਨ ਅਲਾਇਓ। ਸੁਣ ਕਰਕੇ ਮਲਕ ਭਾਗੋ ਕਹਿਣ ਲੱਗਿਆ ਬ੍ਰਹਮ ਭੋਜ ਮਮ ਕਿਉਂ ਨਹਿ ਆਇਓ। ਮੈਨੂੰ ਇਉਂ ਦੱਸੋ ਜਿਹੜਾ ਇਹ ਬ੍ਰਹਮ ਭੋਜ ਹੈ ਸਾਡੇ ਘਰੇ, ਤੁਸੀਂ ਕਿਉਂ ਨਹੀਂ ਆਏ। ਉਹ ਕਿਉਂ ਨਹੀਂ ਤੁਹਾਨੂੰ ਚੰਗਾ ਲੱਗਦਾ। ਜਿਜਨੈ ਤੁਜੈ ਅਮੰਤੂ ਦੀਨੋ। ਫਿਰ ਮੇਰੇ ਬ੍ਰਾਹਮਣ ਨੇ ਜਾ ਕੇ ਤੁਹਾਨੂੰ ਸੱਦਾ ਦਿੱਤਾ ਹੈ। ਆਨ ਆਹਾਰ ਨਾ ਖਾਵਨ ਕੀਨੋ। ਆ ਕਰਕੇ ਤੁਸੀਂ ਨਹੀਂ ਛਕ ਸਕਦੇ ਪ੍ਰਸ਼ਾਦਾ ਮੇਰੇ ਘਰ। ਇੱਥੇ ਬ੍ਰਹਮ ਭੋਜ ਜਿਹੜਾ ਹੈ, ਬ੍ਰਹਮ ਭੋਜ ਮੈਂ ਦੋਖੂ ਕਵਨਾ। ਬ੍ਰਹਮ ਭੋਜ ਦੇ ਵਿੱਚ ਦੋਸ਼ ਕਿਹੜਾ ਦੱਸੋ। ਜੇ ਪਿਖਨੈ ਆਵੈ ਮੁਝ ਭਵਨਾ। ਜਿਹਨੂੰ ਦੇਖ ਕਰਕੇ ਮੇਰੇ ਤੁਸੀਂ ਘਰੇ ਨਹੀਂ ਆਉਂਦੇ ਹੋ। ਹਮ ਫਕੀਰ ਸਭ ਤੇ ਸੋਵੇ ਦਾਵੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਦਾਵਾ ਨਹੀਂ ਰੱਖਦੇ ਕਿਸੇ ਨਾਲ। ਅਸੀਂ ਕਿਉਂ ਜਾਈਏ, ਸਾਡਾ ਜੀ ਕਰੇ ਜਾਈਏ ਨਾ ਜਾਈਏ। ਜੈ ਗੁਜਰੈ ਤੈ ਹੀ ਗੁਜਰਾਵੈ। ਸੋ ਜਿੱਥੇ ਗੁਜਰਦੀ ਆ ਉੱਥੇ ਹੀ ਗੁਜ਼ਾਰਦੇ ਹਾਂ। ਦੋਹਰਾ ਜਹਾਂ ਬਨੀ ਅਚਵੀ ਤਹੀ ਲਾਲਚ ਅਚਵਨ ਨਾ ਹੈ। ਸਾਨੂੰ ਕੋਈ ਖਾਣ ਦਾ ਲਾਲਚ ਨਹੀਂ ਹੈ। ਜਿੱਥੇ ਮਿਲ ਗਈ ਦੋ ਪ੍ਰਸ਼ਾਦੇ ਇੱਕ ਅੱਧਾ, ਜਿੱਥੇ ਜਿਹਾ ਜਿਹਾ ਮਿਲ ਗਿਆ ਛਕ ਲੈਨੇ ਅਸੀਂ। ਕਿ ਇਹ ਲਾਲਚ ਕਰਕੇ ਥੋੜੀ ਜਾਣਾ ਕਿ ਤੇਰੇ ਘਰੇ ਇੱਥੇ ਬੜਾ ਬ੍ਰਹਮ ਭੋਜ ਬਣਿਆ ਹੈ। ਜੈਸੇ ਦੇਵੈ ਅਨ ਕੋ ਉਰ ਕਰ ਹਰਖ ਸੁਖਾਂ ਹੈ। ਸੋ ਜਿਵੇਂ ਕੋਈ ਲਿਆ ਕਰਕੇ ਦੇ ਦਿੰਦਾ ਉਸੇ ਤਰ੍ਹਾਂ ਹੀ ਅਸੀਂ ਛਕ ਲੈਨੇ ਆ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਚੋਪੜੀ ਨਹੀਂ, ਇਹ ਖੀਰ ਪੂੜੇ ਨਹੀਂ ਹੈ। ਅਸੀਂ ਤਾਂ ਭਾਵੇਂ ਕੋਈ ਲੂਣ ਨਾਲ ਰੋਟੀ ਦੇ ਦੇ ਉੱਥੇ ਛਕ ਲੈਨੇ ਆ। ਸਵਾਦ ਤਾਂ ਬੰਦੇ ਦੇ ਅੰਦਰ ਹੁੰਦਾ, ਰਸ ਅੰਦਰ ਹੁੰਦਾ। ਇਹ ਚੀਜ਼ਾਂ ਵਿੱਚ ਸਵਾਦ ਨਹੀਂ ਹੁੰਦੇ। ਇਹ ਤਾਂ ਅੰਮ੍ਰਿਤ ਜਿਹੜਾ ਅੰਦਰੋਂ ਹੀ ਪ੍ਰਗਟ ਹੋਵੇ ਤਾਂ ਸੁੱਕੀ ਰੋਟੀ ਵੀ ਅੰਮ੍ਰਿਤ ਬਣ ਜਾਂਦੀ ਹੈ। ਉਹ ਮਹਾਰਾਜ ਨੇ ਬਹੁਤ ਸੁੰਦਰ ਉਪਦੇਸ਼ ਕੀਤਾ। ਹੁਣ ਕੱਲ ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ ਜਿਸ ਪ੍ਰਕਾਰ। ਆਓ ਪਿਆਰ ਸਤਿਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜਾਪ ਕਰੀਏ। ਵਾਹਿਗੁਰੂ 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 ਵਾਹਿਗੁਰੂ।